नमस्कार आदाब सत श्री अकाल हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स में मैं तरनजीत कौर घुमन। दोस्तों कैनेडियन इमीग्रेशन संबंधी जो तास है इस वक्त अपडेशन आईਆਂ ਨੇ ਉਹਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਖਾਸ ਤੌਰ ਤੇ ਕੱਲ ਤੋਂ ਕਾਫੀ ਦਰਸ਼ਕਾਂ ਦੀਆਂ ਕਾਲਸ ਆ ਰਹੀਆਂ ਸੀ ਕਿ ਪੇਰੈਂਟਸ ਪ੍ਰੋਗਰਾਮ ਦੇ ਬਾਰੇ ਵਿੱਚ ਜਿਹੜੀ ਲੇਟੈਸਟ ਇਨਫੋਰਮੇਸ਼ਨ ਆਈ ਹੈ ਉਹਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇ। ਸੋ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਸ਼ਨ ਆਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਤੁਹਾਡਾ ਕੋਈ ਸਵਾਲ ਹੈ ਇਸ ਸੰਬੰਧੀ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਤਾਜ਼ਾ ਅਪਡੇਟ ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ। ਸੈਕੰਡ ਵੇਵ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਹਤਿਆਤ ਹੁਣ ਤੁਸੀਂ ਵੀ ਵਰਤ ਰਹੇ ਹੋਵੋਗੇ ਆਫਿਸ ਦੇ ਵਿੱਚ। ਜੀ ਅਸੀਂ ਆਲਵੇਜ਼ ਹੀ ਸ਼ੁਰੂ ਤੋਂ ਹੀ ਇਹਤਿਆਤ ਵਰਤਦੇ ਨੇ ਜੀ, ਖਾਸ ਕਰਕੇ ਅਪਾਇੰਟਮੈਂਟਸ ਨੂੰ ਲੈ ਕੇ। ਸੋ ਸਟ੍ਰਿਕਟਲੀ ਅਪਾਇੰਟਮੈਂਟ ਦੇ ਨਾਲ ਕਰਦੇ ਸੀ। ਹਾਂਜੀ ਵੈਲਕਮ ਸੀਗੇ, ਜਿਹੜੇ ਵਾਕ ਇਨ ਸੀਗੇ ਪਰ ਉਹਨਾਂ ਨੂੰ ਤਾਂ ਹੀ ਲਿਆ ਜਾਂਦਾ ਸੀ ਜੇ ਅੰਦਰ ਨਾ ਸਪੇਸ ਸੀਗੀ, ਨਹੀਂ ਉਹਨਾਂ ਨੂੰ ਬਾਹਰ ਇੰਤਜ਼ਾਰ ਕਰਨਾ ਪੈਂਦਾ ਸੀਗਾ। ਤੇ ਦੂਜਾ ਜਿਹੜੀ ਸੋਸ਼ਲ ਡਿਸਟੈਂਸਿੰਗ ਸੀ ਉਹਨੂੰ ਮੇਨਟੇਨ ਕਰਕੇ ਖੈਰ ਰਿਸੈਪਸ਼ਨ ਦੇ ਉੱਤੇ ਇੱਕ ਸਰਟਨ ਨੰਬਰ ਆਫ ਜਿਹੜੇ ਲੋਕ ਨੇ ਉਹ ਤੋਂ ਵੱਧ ਉਹਨਾਂ ਨੂੰ ਨਹੀਂ ਇਕੱਠੇ ਹੋਣ ਦਿੱਤਾ ਗਿਆ। ਤੇ ਬਾਕੀ ਸਾਡੇ ਕੋਲ ਬਾਈ ਗ੍ਰੇਸ ਆਫ ਗॉड ਜਿਹੜੇ ਰੂਮ ਨੇ ਉਹ ਕਾਫੀ ਖੁੱਲੇ ਨੇ ਜੀ, ਤੇ ਉੱਥੇ ਈਜ਼ੀਲੀ 6 ਫੀਟ ਮੇਨਟੇਨ ਕੀਤਾ ਜਾ ਸਕਦਾ ਜੀ। ਸੈਕੰਡ ਵੇਵ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਸੋਚਿਆ ਜਾ ਰਿਹਾ ਸੀ ਸ਼ਾਇਦ ਇਮੀਗ੍ਰੇਸ਼ਨ ਹੋਰ ਜ਼ਿਆਦਾ ਟਫ ਹੋਏਗੀ ਤੇ ਹੋਰ ਜ਼ਿਆਦਾ ਸਖਤੀ ਕੀਤੀ ਜਾਏਗੀ, ਪਰ ਜੋ ਤਾਜ਼ਾ ਅਪਡੇਸ਼ਨ ਗੱਲ ਸਾਹਮਣੇ ਆ ਰਹੀ ਹੈ ਤਾਂ ਕੁਝ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਜਿਹਦੇ ਵਿੱਚ ਢਿੱਲ ਨਜ਼ਰ ਆ ਰਹੀ ਹੈ ਜੀ। ਸਭ ਤੋਂ ਪਹਿਲਾਂ ਗੱਲ ਕਰੀਏ, ਲੰਬੇ ਅਰਸੇ ਤੋਂ ਸਾਨੂੰ ਕਾਲਰਸ ਵੀ ਕਾਲ ਕਰ ਰਹੇ ਸੀ, ਪੁੱਛ ਰਹੇ ਸੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਸਪਾਂਸਰਸ਼ਿਪ ਪ੍ਰੋਗਰਾਮ। ਸੋ ਇਹਦੇ ਬਾਰੇ ਵਿੱਚ ਕੱਲ ਇੱਕ ਨਵੀਂ ਅਪਡੇਸ਼ਨ ਸਾਹਮਣੇ ਆਈ ਹੈ ਕਿ ਸਰਕਾਰ ਇਸ ਨੂੰ ਸ਼ੁਰੂ ਕਰਨ ਜਾ ਰਹੀ ਹੈ। ਸੋ ਇਹਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਚਾਹਾਂਗੇ। ਬਿਲਕੁਲ ਤਰਨ, ਜਿਵੇਂ ਬਹੁਤ ਸਾਰੇ ਲੋਕਾਂ ਦਾ ਇਹ ਆਸ ਸੀਗੀ ਸਾਲ ਦੇ ਸ਼ੁਰੂਆਤ ਦੇ ਵਿੱਚ ਕਿ ਜਿਹੜੀਆਂ ਅਰਜ਼ੀਆਂ ਪੈਰੈਂਟਸ ਗ੍ਰੈਂਡ ਪੇਰੈਂਟਸ ਦੀਆਂ ਲਈਆਂ ਜਾਂਦੀਆਂ ਨੇ ਉਹ ਲਈਆਂ ਜਾਣਗੀਆਂ, ਪਰ ਰਾਈਟ ਔਨ ਟਾਈਮ ਜਨਵਰੀ ਦੇ ਵਿੱਚ ਸ਼ੁਰੂਆਤ ਦੇ ਵਿੱਚੋਂ ਮਿਨਿਸਟਰ ਨੇ ਸ਼ਾਮ ਨੂੰ ਅਨਾਉਂਸਮੈਂਟ ਕੀਤੀ ਅਗਲੇ ਦਿਨ ਅਰਜ਼ੀਆਂ ਲਈਆਂ ਜਾਣੀਆਂ ਸੀ ਕਿ ਇਹ ਅਰਜ਼ੀਆਂ ਹੁਣ ਨਹੀਂ ਲਈਆਂ ਜਾਣੀਆਂ ਤੇ ਇਹਨਾਂ ਨੂੰ ਜਿਹੜਾ ਪ੍ਰੋਗਰਾਮ ਦੇ ਵਿੱਚ ਤਬਦੀਲੀ ਲਿਆਂਦੀ ਜਾਊਗੀ ਤੇ ਤਬਦੀਲੀ ਲਿਆਉਣ ਤੋਂ ਬਾਅਦ ਫਿਰ ਅਰਜ਼ੀਆਂ ਲਈਆਂ ਜਾਣਗੀਆਂ। ਤੇ ਉਹ ਤਬਦੀਲੀ ਲਿਆਉਣ ਲਈ ਉਹਨਾਂ ਕੁਝ ਮਹੀਨੇ ਦਾ ਇੰਤਜ਼ਾਰ ਮੰਗਿਆ ਸੀ ਤੇ ਉਹ ਟੈਂਟੇਟਿਵ ਡੇਟ ਸੀ ਕਿ ਉਹ 1 ਅਪ੍ਰੈਲ ਨੂੰ ਅਨਾਉਂਸਮੈਂਟ ਕਰੂਗੇ ਕਿ ਉਹ ਨਵਾਂ ਪ੍ਰੋਗਰਾਮ ਉਹਦੀ ਰੂਪਰੇਖਾ ਕੀ ਹੋਊਗੀ ਤੇ ਕਿਸ ਤਰੀਕੇ ਨਾਲ ਅਰਜ਼ੀਆਂ ਜਿਹੜੀਆਂ ਲਈਆਂ ਜਾਣੀਆਂ ਨੇ। ਪਰ ਉਸ ਕੋਈ ਤਬਦੀਲੀ ਨਹੀਂ ਨਜ਼ਰ ਆ ਰਹੀ ਜੀ। ਹੁਣ 13 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਅਰਜ਼ੀਆਂ ਨੇ ਜਿਹੜੀਆਂ ਉਹ ਲਈਆਂ ਜਾਣਗੀਆਂ। ਤੇ ਅਰਜ਼ੀਆਂ ਜਿਹੜਾ ਪਹਿਲਾਂ ਐਕਸਪ੍ਰੈਸ਼ਨ ਆਫ ਇੰਟਰਸਟ ਹੈ ਜੀ, ਇਹਦੇ ਬਾਰੇ ਗੱਲ ਕਰਾਂਗੇ। ਆਪਾਂ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ ਬੋਲਦੇ ਹਾਂ ਇੱਥੋਂ ਤੇ ਕੈਨੇਡਾ ਤੋਂ। ਸਾਡਾ 2010 ਵਿੱਚ ਕੇਸ ਲਾਇਆ ਸੀਗਾ ਸਾਡੇ ਬੱਚਿਆਂ ਨੇ, ਤਾਂ ਸਾਡਾ ਅਜੇ ਕੁਝ ਨਹੀਂ ਹੋਇਆ। 2 ਵਾਰੀ ਡਾਕਟਰੀ ਹੋ ਗਈ ਆ ਹੁਣ ਜੀ। ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜੀ? ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਕਰਨ ਇਹ ਜੀ ਬਹੁਤ ਸਾਰੀ ਅਰਜ਼ੀਆਂ ਹੈਗੀਆਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਜਿਹੜੀਆਂ ਪੈਂਡਿੰਗ ਨੇ। 2 ਵਾਰੀ ਡਾਕਟਰੀ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਇਸ ਲਈ ਅਰਜ਼ੀ ਡਾਕਟਰੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵੀਜ਼ਾ ਦੇਣਾ ਜੀ। 2015 ਤੋਂ ਬਾਅਦ ਜਦੋਂ ਤੋਂ ਆਟੋਮੇਟਿਡ ਸਿਸਟਮ ਹੈ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ, ਤਾਂ ਜਦੋਂ ਵੀ ਰਿਕੁਆਇਰਮੈਂਟ ਕੋਈ ਪੈਂਡਿੰਗ ਹੁੰਦੀ ਹੈ ਜਾਂ ਉਹ ਸਟੇਲ ਹੋ ਜਾਂਦੀ ਹੈ ਤਾਂ ਉਦੋਂ ਬਾਅਦ ਕੰਪਿਊਟਰ ਨਵੀਂ ਚਿੱਠੀ ਹੈ ਜਿਹੜੀ ਉਹ ਭੇਜ ਦਿੰਦਾ। ਸੋ ਸਭ ਤੋਂ ਇੰਪੋਰਟੈਂਟ ਹੈ ਕਿ ਇਸ ਮਾਮਲੇ 'ਚ ਦੇਖਿਆ ਜਾਵੇ ਕਿ ਇਹਨਾਂ ਦੇ ਦੇਰੀ ਕਿਉਂ ਹੋ ਰਹੀ ਹੈ। ਤੋ ਜਾਂ ਕੋਈ ਸਿਕਿਉਰਿਟੀ ਕਲੀਅਰੈਂਸ ਦਾ ਪ੍ਰੋਬਲਮ ਹੈ ਜਾਂ ਕੋਈ ਮੈਡੀਕਲ ਇਸ਼ੂ ਹੈਗਾ, ਉਹਦੇ ਲਈ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਹੈ ਜਿਹੜਾ ਕਾਨੂੰਨ, ਉਹਦੀ ਵਰਤੋਂ ਕਰਕੇ ਪਹਿਲਾਂ ਪੂਰੀ ਫਾਈਲ ਦੀ ਕਾਪੀ ਲੈਣੀ ਪੈਣੀ ਹੈ। ਉਹ ਆਉਣ ਤੋਂ ਬਾਅਦ ਹੀ ਪਤਾ ਚੱਲੂਗਾ ਕਿ ਕਿਉਂ ਦੇਰੀ ਹੋ ਰਹੀ ਹੈ, ਫਿਰ ਉਹ ਦੇਰੀ ਦਾ ਹੱਲ ਉਹ ਤੋਂ ਬਾਅਦ ਚ ਕੀਤਾ ਜਾ ਸਕਦਾ ਜੀ। ਆਪਾਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਉਹਦੀ ਸਪਾਂਸਰਸ਼ਿਪ ਪ੍ਰੋਗਰਾਮ ਦੀ ਗੱਲ ਕਰ ਰਹੇ ਸੀ। ਪਿਛਲੀ ਵਾਰੀ ਕਾਫੀ ਵਿਵਾਦਾਂ ਵਿੱਚ ਰਿਹਾ ਸੀ। ਹਾਂਜੀ, ਸੋ ਉਹੀ ਵਿਵਾਦ ਨੇ ਜਿਹੜੇ ਆਪਾਂ ਪਹਿਲਾਂ ਕਾਲ ਕਰ ਲਈਏ, ਕਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੁਐਸਚਨ ਪੁੱਛਣਾ ਸੀ ਜੀ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਬ੍ਰੈਂਪਟਨ ਤੋਂ ਜੀ। ਦੱਸੋ ਕੀ ਸਵਾਲ ਹੈ ਤੁਹਾਡਾ? ਮੇਰਾ ਇੱਕੋ ਕੁਐਸਚਨ ਹੈ। ਜਿੱਦਾਂ ਮੈਂ ਇੱਥੇ ਵਰਕ ਪਰਮਿਟ ਤੇ ਹੈਗਾ, ਮੇਰੀ ਸਿਸਟਰ ਤੇ ਜੀਜਾ ਜੀ ਦੋਨੋਂ PR ਨੇ ਤੇ ਪਾਪਾ ਹੈ ਨਹੀਂ, ਸੋ ਮੰਮਾ ਐਜ਼ ਅ ਟੂਰਿਸਟ ਆਏ ਸੀਗੇ ਤੇ ਇਹ ਪੁੱਛਣਾ ਵੀ ਮੈਂ ਕਿਸੇ ਤਰ੍ਹਾਂ ਇਹਨਾਂ ਦੀ PR ਫਾਈਲ ਕਰ ਸਕਦਾ? ਮੈਂ ਚਾਹੁੰਦਾ ਨਹੀਂ ਵੀ ਵਾਪਸ ਜਾਣ ਮੰਮਾ ਮੇਰੇ ਜੀ। ਹਾਂਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹਾਂਜੀ, ਤੁਸੀਂ ਤਾਂ ਵਰਕਰ ਹੈਗੇ ਹੋ, ਤੁਸੀਂ ਤਾਂ ਨਹੀਂ ਕਰ ਸਕਦੇ ਹੈਗੇ, ਪਰ ਜਿਹੜੇ ਤੁਹਾਡੀ ਸਿਸਟਰ ਹੈ ਉਹ ਪਰਮਨੈਂਟ ਰੈਜ਼ੀਡੈਂਟ ਹੈ, ਹਾਂਜੀ ਉਹ ਬਿਲਕੁਲ ਕਰ ਸਕਦੇ ਨੇ। ਹੁਣ ਅਰਜ਼ੀਆਂ ਵੀ ਖੁੱਲ੍ਹਣ ਜਾ ਰਹੀਆਂ ਨੇ ਜਿਹਦੀ ਆਪਾਂ ਗੱਲ ਕਰ ਰਹੇ ਹਾਂ।
ਇਸ ਤੋਂ ਇਲਾਵਾ ਉਹ ਜਿਹੜਾ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਹੈ ਉਹਤੇ ਵੀ ਅਰਜ਼ੀ ਜਿਹੜੀ ਕਰ ਸਕਦੇ ਨੇ। ਉਹਨਾਂ ਕੋਲ ਕਾਫੀ ਰਾਹ ਹੈਗੇ ਨੇ, ਪਰ ਟੈਕਨੀਕਲੀ ਉਹ 'ਚ ਤੁਸੀਂ ਜਿਹੜੇ ਹੈਗੇ ਨੇ ਕੋਈ ਮਦਦ ਨਹੀਂ ਕਰ ਸਕਦੇ। ਹਾਂ, ਕਿਉਂਕਿ ਤੁਹਾਡੀ ਸਿਸਟਰ ਪਰਮਨੈਂਟ ਰੈਜ਼ੀਡੈਂਟ ਆ, ਉਹ ਜ਼ਰੂਰ ਕਰ ਸਕਦੇ ਜੀ। ਬਿਲਕੁਲ, ਤੇ ਹਾਂਜੀ ਗੱਲ ਕਰਾਂਗੇ। ਦਰਸ਼ਕ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ। ਮੈਨੂੰ ਲੱਗਦਾ ਹੈ ਕਿ ਅੱਜ ਕਾਫੀ ਅਹਿਮ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ, ਕਿਉਂਕਿ ਪੇਰੈਂਟਸ ਪ੍ਰੋਗਰਾਮਿੰਗ ਨੂੰ ਲੈ ਕੇ ਹਰ ਕੋਈ ਇਸ ਵਕਤ ਕਾਫੀ ਵੇਟ ਕਰ ਰਿਹਾ ਸੀ। ਸੋ ਅਸੀਂ ਨੈਕਸਟ ਕਾਲਰ ਵੀ ਲੈ ਰਹੇ ਹਾਂ ਸਰ, ਆਪਾਂ ਪਹਿਲਾਂ ਆਪਣੀ ਗੱਲ ਕੰਪਲੀਟ ਕਰ ਲਈਏ। ਬਿਲਕੁਲ ਜੀ। ਸੋ ਜਿਹੜੇ ਇਹ ਵਿਵਾਦ ਸੀ, ਉਹਨਾਂ ਵਿਵਾਦਾਂ ਨੂੰ ਓਵਰਕਮ ਕਰਨ ਲਈ ਇਹ 'ਚ ਕੋਈ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਤਬਦੀਲੀ ਕੋਈ ਨਜ਼ਰ ਨਹੀਂ ਆਈ, ਕਿਉਂਕਿ ਹੁਣ ਜਿਹੜੀਆਂ ਸਭ ਤੋਂ ਪਹਿਲਾਂ ਤਾਂ ਸਭ ਲੋਕਾਂ ਨੂੰ ਜਿੰਨੇ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਨੇ, ਉਹਨਾਂ ਨੂੰ ਇਹ ਇਜਾਜ਼ਤ ਹੈਗੀ ਹੈ ਕਿ ਉਹ ਇਸ ਸਮੇਂ ਦੌਰਾਨ ਆਪਦਾ ਨਾਂ ਦਾਖਲ ਕਰ ਸਕਦੇ ਨੇ। ਨਾਂ ਦਾਖਲ ਕਰਨ ਤੋਂ ਬਾਅਦ ਫਿਰ ਰੈਂਡਮਲੀ ਸਿਲੈਕਟ ਕੀਤਾ ਜਾਊਗਾ 10,000 ਐਪਲੀਕੈਂਟਸ ਨੂੰ। 10,000 ਐਪਲੀਕੈਂਟਸ ਨੂੰ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਉਹਨਾਂ ਨੂੰ ਲੈ ਲਈਏ ਅਸੀਂ। ਹੈਲੋ ਹਾਂਜੀ, ਅਸੀਂ ਸੜੀ ਤੋਂ ਬੋਲਦੇ ਹਾਂ ਜੀ। ਜੀ, ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਮੈਮ, ਕੀ ਪੁੱਛਣਾ? ਹਾਂਜੀ, ਅਸੀਂ ਨਾ ਇਹ ਪੁੱਛਣਾ, ਸਾਡੇ ਬੱਚਿਆਂ ਨੂੰ ਤਾਂ 10 ਸਾਲ ਤੋਂ ਉੱਪਰ ਹੋ ਗਿਆ ਆਇਆ ਨੂੰ ਪੀਆਰ ਨੇ। ਅਸੀਂ ਜਿੰਨਾ ਚਿਰ ਇੰਡੀਆ 'ਚ ਰਹਿ ਸਕਦੇ ਸੀ ਅਸੀਂ ਰਹੇ, ਹੁਣ ਸਾਨੂੰ ਆਇਆ ਨੂੰ ਹੋ ਚੱਲੇ 1.5 ਸਾਲ। ਤੇ ਅਸੀਂ ਨਾ ਗਾਹਾਂ ਵੀਜ਼ਾ ਵਧਾਉਂਦੇ, ਪੈਸੇ ਦੇ ਕੇ ਇੰਸ਼ੋਰੈਂਸ ਕਰਾਉਂਦੇ ਆ। ਹੁਣ ਇੱਕਦਮ ਹੀ ਜੇ ਕੋਈ ਬਿਮਾਰੀ ਹੋ ਜਾਂਦੀ ਆ ਤਾਂ ਉਹ ਫਿਰ ਹੁਣ ਜਿਵੇਂ ਅੱਖ ਦਾ ਹੋ ਗਿਆ ਮੇਰੀ ਦਾ, ਉਹ ਕਵਰ ਨਹੀਂ ਕਰਦੇ ਇੰਸ਼ੋਰੈਂਸ ਵਾਲੇ। ਤੇ ਸਾਨੂੰ ਇਹੋ ਜਿਹਾ ਬੋਝ ਪੈਂਦਾ ਵੀ ਸਾਡੇ ਪੱਕੇ ਹੋਣ ਦਾ। ਅਸੀਂ ਪੁੱਛਣਾ ਸੀ ਵੀ ਕੀ ਹੋ ਸਕਦਾ। ਹਾਂਜੀ, ਆਪਾਂ ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਇਹਦੇ ਬਾਰੇ ਗੱਲ ਹੋ ਰਹੀ ਹੈ ਜੀ। ਅੱਜ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਬਾਰੇ ਗੱਲ ਕਰ ਰਹੇ ਹਾਂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਐਡਮਿੰਟਨ ਤੋਂ ਬੋਲ ਰਿਹਾ ਜੀ। ਜੀ ਸਰ, ਕੀ ਸਵਾਲ ਹੈ ਤੁਹਾਡਾ? ਮੈਂ ਇੱਕ ਪੁੱਛਣਾ ਚਾਹੁੰਦਾ ਸੀ ਕਿ ਜੇ ਆਪਣੇ ਜੋ ਫੈਮਿਲੀ ਸਪਾਂਸਰ ਵਾਲੀ ਹੋਈ ਆ, ਉਹਨਾਂ ਦੀ ਕਦੋਂ ਨੰਬਰ ਆਏਗਾ ਜੀ? ਮੈਂ ਸਵਾਲ ਨਹੀਂ ਸਮਝਿਆ ਜੀ। ਐਡਮਿੰਟਨ ਤੋਂ ਬੋਲ ਰਹੇ ਨੇ, ਫੈਮਿਲੀ ਸਪਾਂਸਰ ਵਾਲੀਆਂ ਐਪਲੀਕੇਸ਼ਨਸ ਹਾਂਜੀ, ਨੰਬਰ ਕਿਸ ਚੀਜ਼ ਦਾ ਨੰਬਰ ਦਾ ਤੁਸੀਂ ਰੈਫਰ ਕਰ ਰਹੇ ਹੋ ਜੀ? ਕਿਸ ਚੀਜ਼ ਦਾ ਨੰਬਰ? ਮੈਂ ਮੇਰੇ ਬੱਚੇ ਨੇ, ਉਹਦੀ ਵਾਈਫ ਨੇ ਇੱਥੋਂ ਸਪਾਂਸਰ ਕੀਤਾ ਉਹਨੂੰ। ਹਾਂਜੀ ਜੀ। ਤੁਹਾਨੂੰ ਸਪਾਂਸਰਸ਼ਿਪ ਕੀਤਾ ਜੀ ਤੁਹਾਡੇ ਸਨ ਨੇ? ਨਹੀਂ, ਮੇਰੀ ਨੂੰਹ ਨੇ ਆਪਣੇ ਹਸਬੈਂਡ ਨੂੰ ਸਪਾਂਸਰ ਕੀਤਾ ਹੋਇਆ ਹੈ ਜੀ। ਬਿਲਕੁਲ। ਤੇ ਉਹਨਾਂ ਦੇ ਸਪਾਂਸਰ ਹੋਏ ਨੂੰ ਅੱਜ 1.5 ਸਾਲ ਹੋ ਗਿਆ ਹੈ। ਤੇ ਅਸੀਂ ਇਹ ਪੁੱਛਣਾ ਚਾਹੁੰਦੇ ਸੀ ਕਿ ਉਹਨਾਂ ਦਾ ਨੰਬਰ ਕਦੋਂ ਲਾ ਰਹੇ ਨੇ? ਹਾਂਜੀ, ਆਪਾਂ ਜਵਾਬ ਪੁੱਛਣਾ ਇਹਨਾਂ ਨੂੰ ਕਿ ਸਟੇਟਸ ਕੀ ਹੈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਜਿਨ੍ਹਾਂ ਨੇ ਗੱਲ ਕੀਤੀ ਸੀ ਉਹਦੇ ਬਾਰੇ ਤਾਂ ਆਪਾਂ ਅੱਜ ਗੱਲ ਕਰ ਹੀ ਰਹੇ ਹਾਂ, ਇਹਨਾਂ ਦਾ ਪਹਿਲਾਂ ਜਵਾਬ ਦੇ ਦਈਏ। ਸੋ ਜਿਹੜੀਆਂ ਸਪਾਊਸਲ ਐਪਲੀਕੇਸ਼ਨਸ ਨੇ ਜੀ, 1.5 ਸਾਲ ਉਹਨਾਂ ਨੇ ਆਖਿਆ ਕਿ ਉਹਨੂੰ ਅਪਲਾਈ ਕੀਤੇ ਨੂੰ ਹੋ ਗਿਆ। ਸਪਾਊਸਲ ਸਪਾਂਸਰਸ਼ਿਪ ਦੇ 2 ਹਿੱਸੇ ਹੁੰਦੇ ਆ ਜੀ। ਪਹਿਲਾ ਹਿੱਸਾ ਹੈਗਾ ਸਪਾਂਸਰਸ਼ਿਪ, ਜਿਹੜੀ ਕਾਲਰ ਦੀ ਨੂੰਹ ਨੇ ਉਹ ਸਪਾਂਸਰਸ਼ਿਪ ਫਾਈਲ ਕੀਤੀ। ਸੋ ਜਦੋਂ ਸਪਾਂਸਰਸ਼ਿਪ ਮਨਜ਼ੂਰ ਹੋਣਾ, ਉਸ ਤੋਂ ਬਾਅਦ ਉਹ ਅਰਜ਼ੀ ਹੈ ਜਿਹੜੀ ਪਰਮਨੈਂਟ ਰੈਜ਼ੀਡੈਂਸ ਦੀ, ਜਿਹੜੀ ਲੋਕਲ ਵੀਜ਼ਾ ਪੋਸਟ ਹੈ ਉੱਥੇ ਚਲੀ ਜਾਣੀ ਹੈ। ਸੋ ਸਭ ਤੋਂ ਪਹਿਲਾਂ ਤਾਂ ਇਹ ਕੰਸਰਨ ਹੈ ਕਿ ਉਹ ਕਿੰਨਾ ਵਕਤ ਲੱਗਿਆ ਉਹ ਸਪਾਂਸਰਸ਼ਿਪ ਮਨਜ਼ੂਰ ਹੋਣ ਨੂੰ। ਸੋ ਜਦੋਂ ਉਹ ਸਪਾਂਸਰਸ਼ਿਪ ਮਨਜ਼ੂਰ ਹੋਇਆ, ਉਸ ਤੋਂ ਬਾਅਦ ਉਹ ਵੀਜ਼ਾ ਪੋਸਟ ਤੇ ਚਲੀ ਗਈ ਹੈ। ਸੋ ਜਿਹੜੀਆਂ ਅਰਜ਼ੀਆਂ ਆਲਰੇਡੀ ਵੀਜ਼ਾ ਪੋਸਟ ਤੇ ਚਲੀਆਂ ਗਈਆਂ, ਉਹਨਾਂ ਨੇ ਪ੍ਰੋਸੈਸ ਕਰਨਾ ਸ਼ੁਰੂ ਕਰਤਾ। ਪਰ ਜੇ ਉਹ ਸਟਿਲ ਇੱਥੇ ਸੀ ਤੇ ਉਹਦੀ ਵਾਰੀ ਹੁਣ, ਜੇ ਉਹਨੂੰ ਟੈਂਪਰੇਰੀ ਨੰਬਰ ਮਿਲਿਆ, ਹੁਣ ਆਉਣੀ ਸ਼ੁਰੂ ਹੋ ਚੁੱਕੀ। ਸੋ ਇਸ ਕਾਲਰ ਨੂੰ ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਜ਼ਰੂਰ ਸਾਡੇ ਆਫਿਸ ਕਾਲ ਕਰਨ, ਕਿਉਂਕਿ ਤਰਨ ਜੇ ਮੈਂ ਉਹਨਾਂ ਨੂੰ ਸਵਾਲ ਪੁੱਛਣ ਲੱਗਦਾ ਤਾਂ ਉਹਨਾਂ ਦੀ ਬਹੁਤ ਪ੍ਰਾਈਵੇਟ ਇਨਫੋਰਮੇਸ਼ਨ ਪਬਲਿਕ ਹੋ ਸਕਦੀ ਹੈਗੀ ਹੈ। ਸੋ ਇਸੇ ਕਰਕੇ ਮੈਂ ਉਹਨੂੰ ਜ਼ਿਆਦਾ ਸਵਾਲ ਨਹੀਂ ਪੁੱਛੇ। ਤਾਂ ਉਹਨਾਂ ਨੂੰ ਰਿਕੁਐਸਟ ਹੈ ਕਿ ਸਕਰੀਨ ਤੇ ਦਿੱਤੇ ਆ ਰਹੇ ਨੰਬਰਾਂ ਦੇ ਉੱਤੇ ਉਹ ਕਾਲ ਕਰ ਲੈਣ ਜੀ। ਉਸ ਤੋਂ ਬਾਅਦ ਉਹਨਾਂ ਡਿਟੇਲ ਡਿਸਕਸ਼ਨ ਹੈ ਜਿਹੜਾ ਕੀਤਾ ਜਾ ਸਕਦਾ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਸਿਰਫ ਜਦੋਂ ਲਾਈਵ ਕਾਲ ਲਿਖਿਆ ਉਸ ਟਾਈਮ ਇਹਨਾਂ ਨੰਬਰਸ ਦੇ ਉੱਤੇ ਕਾਲ ਕਰੋ। ਅਦਰਵਾਈਜ਼ ਖੈਰਾ ਜੀ ਦੇ ਜਿਹੜੇ ਨੰਬਰਸ ਨੇ ਤਿੰਨੋਂ ਆਫਿਸਿਸ ਤੇ ਉਹਨਾਂ ਦੇ ਨਾਲ ਰੈੱਡ ਬਾਕਸ ਦੇ ਵਿੱਚ ਲਿਖੇ ਹੋਏ ਨੇ, ਉੱਥੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਦਾ ਨੰਬਰ ਉਹ ਨਹੀਂ। ਸਰ, ਅਸੀਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਦੱਸਿਆ 10,000 ਐਪਲੀਕੇਸ਼ਨਸ ਦੀ। ਬਿਲਕੁਲ ਜੀ। ਸੋ ਜਿਹੜਾ ਇਤਕੀ ਵਰਡ ਯੂਜ਼ ਕੀਤਾ ਗਿਆ, ਵਰਡ ਯੂਜ਼ ਕੀਤਾ ਗਿਆ ਰੈਂਡਮ ਸਿਲੈਕਸ਼ਨ। ਉਹਨੂੰ ਐਕਚੁਅਲੀ ਹੈਗਾ ਉਹ ਫੈਂਸੀ ਵਰਡ ਫॉर ਲੋਟਰੀ ਆ। ਸੋ ਪਹਿਲਾਂ ਲੋਟਰੀ ਵਰਡ ਯੂਜ਼ ਕੀਤਾ ਗਿਆ, ਕਿਉਂਕਿ ਲੋਟਰੀ ਵਰਡ ਦੀ ਕਾਫੀ ਬਦਨਾਮੀ ਹੋ ਗਈ ਉਸ ਸਮੇਂ ਦੇ ਵਿੱਚ, ਕਿਉਂਕਿ ਉਹ ਬਹੁਤ ਕੰਟਰੋਵਰਸ਼ੀਅਲ ਜਿਹੜਾ ਸਿਸਟਮ ਸੀ। ਸੋ ਐਤਕੀ ਵਰਡ ਯੂਜ਼ ਕੀਤਾ ਗਿਆ ਰੈਂਡਮ ਸਿਲੈਕਸ਼ਨ। ਸੋ ਹੈਗਾ ਉਹ ਲੋਟਰੀ ਐਕਚੁਅਲੀ। ਤੇ ਅਗਲੇ ਸਾਲ ਲਈ ਉਹਨਾਂ ਨੇ ਨੰਬਰ ਨਿਸ਼ਚਿਤ ਕੀਤਾ ਹੈਗਾ ਕਿ 30,000 ਨੇ ਜਿਹੜੀਆਂ ਉਹ ਅਰਜ਼ੀਆਂ ਲਈਆਂ ਜਾਣਗੀਆਂ ਅਗਲੇ ਸਾਲ। ਸੋ ਆਹ ਸਾਲ 10,000 ਲਈਆਂ ਜਾਣਗੀਆਂ। ਇਹਦੇ ਨਾਲ ਕੁਝ ਛੋਟਾਂ ਵੀ ਜਿਹੜੀਆਂ ਦਿੱਤੀਆਂ ਗਈਆਂ ਨੇ। ਸਭ ਤੋਂ ਪਹਿਲੀ ਛੋਟ ਹੈਗੀ ਹੈ ਇਨਕਮ ਦੇ ਵਿੱਚੋਂ। ਸਾਲ 2020 ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਨੌਕਰੀ ਚਲੀ ਗਈ ਸੀ, ਜਾਂ ਉਹਨਾਂ ਨੇ ਉਹਨੇ ਪੈਸੇ ਨਹੀਂ ਕਮਾਏ,
ਸੋ ਜਿਹੜੀ ਹੁਣ ਸਾਲ 2020 ਦੀ ਇਨਕਮ ਰਿਕੁਆਇਰਮੈਂਟ ਹੈ ਉਹਨੂੰ 30% ਜਿਹੜੀ MNI ਜੋੜਦੇ ਸੀ ਨਾਲ ਉਹਨੂੰ ਹਟਾ ਦਿੱਤਾ ਗਿਆ। ਹੁਣ ਜਿਹੜੀ ਲੋ ਇਨਕਮ ਕੱਟ ਆਫ ਹੈਗੀ ਹੈ ਉਹਦੇ ਨਾਲ ਹੀ ਉਹ ਐਲੀਜੀਬਲ ਹੋ ਸਕਣਗੇ ਜੀ। ਇੱਕ ਦਰਸ਼ਕ ਸਾਡਾ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਹੈਲੋ, ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰ ਦਿਓ। ਹਾਂਜੀ, ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰੋ ਜੀ। ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਵਿਨੀਪੈਗ ਤੋਂ ਬੋਲ ਰਿਹਾ ਜੀ। ਹਰਜੀਤ ਹੈ ਮੇਰਾ ਨਾਮ ਜੀ ਸਰ। ਤੇ ਮੇਰਾ ਕੁਐਸਚਨ ਹੈਗਾ, ਮੇਰੀ ਮਦਰ ਆਏ ਸੀ ਪਿਛਲੇ ਸਾਲ ਤੇ ਅਸੀਂ ਉਹਨਾਂ ਦੀ ਐਕਸਟੈਂਸ਼ਨ ਅਪਲਾਈ ਕੀਤੀ ਸੀ। ਐਜ਼ ਏ ਵਿਜ਼ਟਰ ਆਏ ਸੀ ਉਹ ਜੀ। ਤੇ ਅਪ੍ਰੈਲ 'ਚ ਅਸੀਂ ਐਕਸਟੈਂਸ਼ਨ ਅਪਲਾਈ ਕੀਤੀ ਸੀ ਤੇ ਹੁਣ ਉਹਨਾਂ ਦੀ ਸਾਨੂੰ 30 ਸਤੰਬਰ ਨੂੰ ਲੈਟਰ ਆਇਆ ਕਿ ਮੈਡੀਕਲ ਕਰਵਾ ਲਓ ਤੇ ਪਲੱਸ 1 ਤਰੀਕ ਨੂੰ ਲੈਟਰ ਆ ਗਿਆ ਕਿ ਉਹਨਾਂ ਦੀ 29 ਅਕਤੂਬਰ ਤੱਕ ਦੀ ਐਕਸਟੈਂਸ਼ਨ ਹੋ ਗਈ ਹੈ ਜੀ। ਤੇ ਹੁਣ ਉਹਨਾਂ ਨੂੰ ਅਸੀਂ ਮੈਡੀਕਲ ਕੱਲ ਕਰਾ ਕੇ ਆਏ ਹਾਂ। ਹੁਣ ਇਹਨਾਂ ਨੂੰ 29 ਤਰੀਕ ਨੂੰ ਜਾਣਾ ਪੈਣਾ ਮੈਨੂੰ ਲੱਗਦਾ ਹੈ। ਨਹੀਂ, ਸਾਡੇ ਕੋਲ ਕੋਈ ਆਪਸ਼ਨ ਹੈਗੀ ਹੈ? ਨਹੀਂ ਜੀ, ਉਹਨਾਂ ਨੂੰ ਜੇ ਤੁਸੀਂ ਉਹਨੂੰ ਰੱਖਣਾ ਚਾਹੁੰਦੇ ਹੋ ਤਾਂ ਕੋਈ ਬਿਲਕੁਲ ਜਾਣ ਦੀ ਲੋੜ ਨਹੀਂ। ਉਹ ਫਿਰ ਤੋਂ ਐਕਸਟੈਂਸ਼ਨ ਤੁਸੀਂ ਉਹਨਾਂ ਦੀ ਫਾਈਲ ਕਰ ਸਕਦੇ ਹੋ, ਉਹਨਾਂ ਨੂੰ ਫਿਰ ਐਕਸਟੈਂਸ਼ਨ ਮਿਲ ਜੂਗੀ। ਤੇ ਦੂਜੀ, ਜੇ ਤੁਸੀਂ ਇਨਕਮ ਕ੍ਰਾਈਟੇਰੀਆ ਮੀਟ ਕਰਦੇ ਆ ਤੇ ਨਾਲ ਦੀ ਨਾਲ ਤੁਸੀਂ ਉਹਨਾਂ ਦਾ ਮੈਡੀਕਲ ਇੰਸ਼ੋਰੈਂਸ ਲੈਣੇ ਆ ਤਾਂ ਉਹਨਾਂ ਨੂੰ 2 ਸਾਲ ਦੀ ਐਕਸਟੈਂਸ਼ਨ ਹੈ ਜਿਹੜੀ ਉਹ ਮਿਲ ਚੁੱਕੀ। ਤਾਂ ਤੁਸੀਂ ਕਿੰਨੇ ਫੈਮਿਲੀ ਮੈਂਬਰ ਹੈਗੇ ਆ ਜੀ? ਅਸੀਂ ਹੈਗੇ ਆ ਜੀ 5 ਫੈਮਿਲੀ ਮੈਂਬਰ ਹੈ, 1 ਮਦਰ ਹੋ ਗਈ, 6 ਹੋ ਗਏ ਟੋਟਲ। ਤੇ 2 ਹਸਬੈਂਡ ਵਾਈਫ, 3 ਬੱਚੇ ਤੇ 1 ਮਦਰ। ਬੱਚਿਆਂ ਦੀ ਉਮਰ ਕਿੰਨੀ ਹੈ ਜੀ? ਬੱਚੇ ਸਾਰੇ 12 ਸਾਲ ਤੋਂ ਛੋਟੇ ਆ ਤਿੰਨੋਂ। ਠੀਕ ਹੈ ਜੀ। ਸੋ ਤੁਸੀਂ ਜੇ 6 ਜਾਣੇ ਹੈਗੇ ਆ ਤੇ 6 ਜਾਣਿਆਂ ਲਈ ਜਿਹੜੀ ਇਨਕਮ ਹੈਗੀ ਆ ਉਹ ਤੁਹਾਨੂੰ ਚਾਹੀਦੀ ਹੈ ਜੀ 61,000 ਚਾਹੀਦੀ ਹੈ। ਸੋ ਜੇ 61,000 ਤੁਹਾਡੀ ਇਨਕਮ ਹੈਗੀ ਹੈ ਤੇ ਤੁਸੀਂ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ 1 ਸਾਲ ਦੀ ਕਰਾਉਣ ਲਈ ਤਿਆਰ ਹੈ ਤੇ ਫਿਰ ਤੁਹਾਡੇ ਮਾਤਾ ਜੀ ਨੂੰ 2 ਸਾਲ ਦੀ ਐਕਸਟੈਂਸ਼ਨ ਮਿਲ ਜਾਣੀ ਹੈ। ਜੇ ਉਹ 2 ਸਾਲ ਵੀ ਗੁਜ਼ਰ ਜਾਣਗੇ ਤੇ ਫਿਰ ਉਹ ਤੋਂ ਬਾਅਦ ਦੁਬਾਰੇ ਫਿਰ ਐਕਸਟੈਂਸ਼ਨ 2 ਸਾਲ ਦੀ ਲੈ ਸਕਦੇ ਹੋ। ਇਸ ਕਰਕੇ ਤੁਸੀਂ ਕਿੰਨਾ ਵੀ ਸਮਾਂ ਉਹਨਾਂ ਨੂੰ ਵਧਾ ਕੇ ਇੱਥੇ ਰੱਖ ਸਕਦੇ ਹੋ। ਐਕਚੁਅਲੀ ਤੁਸੀਂ ਕੀ ਕੀਤਾ, ਤੁਸੀਂ ਐਕਸਟੈਂਸ਼ਨ ਹੀ ਇੰਨੇ ਸਮੇਂ ਦੀ ਮੰਗੀ 6 ਮਹੀਨੇ ਲਈ, ਉਹਨਾਂ ਨੇ ਉਨੇ ਸਮੇਂ ਦੀ ਦੇਤੀ। ਪਰ ਜੇ ਤੁਸੀਂ ਇਹ ਕ੍ਰਾਈਟੇਰੀਆ ਮੀਟ ਕਰਦੇ ਆ ਤਾਂ ਤੁਸੀਂ ਉਹ ਲੰਬੀ ਐਕਸਟੈਂਸ਼ਨ ਲੈ ਸਕਦੇ ਹੋ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਇੱਕ ਹੋਰ ਦਰਸ਼ਕ ਜੁੜ ਗਏ ਨੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਅਸੀਂ ਇਨਵੈਂਟਨ ਤੋਂ ਬੋਲਦੇ ਹਾਂ ਜੀ। ਸਾਡਾ ਬੇਟਾ ਆਇਆ ਸਾਡੇ ਕੋਲ, ਉਹਨੂੰ 1.5 ਸਾਲ ਹੋ ਗਿਆ, ਵਰਕ ਪਰਮਿਟ ਤੇ ਆ ਤੇ ਉਹਦੀ ਫੈਮਿਲੀ ਇੰਡੀਆ ਆਏ ਤੇ ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਤੇ ਬੱਚੇ ਆ 2 ਨਾਲ, ਇੱਕ 13 ਸਾਲ ਦੀ ਗੁੜੀਆ, 8 ਸਾਲ ਦਾ ਬੇਟਾ ਹੈ ਤੇ ਉਹ ਉਹਨੂੰ ਮਿਲਣਾ ਚਾਹੁੰਦੇ ਆ ਤੇ ਵੀ ਆ ਸਕਦੇ ਆ? ਕਿੱਦਾਂ ਉਹਨਾਂ ਦਾ ਕੋਈ ਬਣੂਗਾ? ਤੇ ਉਹਦੀ ਵਾਈਫ ਤੁਹਾਡੇ ਸਨ ਦੀ ਜੀ, ਤੁਹਾਡੀ ਨੌਂ ਦਾ ਕੀ ਸਟੇਟਸ? ਉਹ ਜੀ ਉੱਥੇ ਇੰਡੀਆ ਹੀ ਆ ਉਹ ਵੀ। ਉਹਨੂੰ ਵੀਜ਼ਾ ਮਿਲਿਆ ਜਾਂ ਨਹੀਂ ਮਿਲਿਆ? ਵਿਜ਼ਟਰ ਵੀਜ਼ਾ ਲੱਗਿਆ ਹੋਇਆ ਜੀ, ਫੈਮਿਲੀ ਦਾ ਵਿਜ਼ਟਰ ਵੀਜ਼ਾ ਲੱਗੇ ਤੇ ਨਵਾਂ ਪੁੱਤਾਂ ਦੇ। ਜੀ ਹਾਂਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ ਜੀ ਸਰ। ਬਿਲਕੁਲ ਉਹ ਆ ਸਕਦੇ ਨੇ ਜੀ, ਕਿਉਂਕਿ ਉਹ ਜਿਹੜਾ ਹੈਗਾ ਨਾਨ ਡਿਸਕ੍ਰਿਸ਼ਨਰੀ ਪਰਪਸ ਹੈਗਾ ਤੇ ਉਹਨਾਂ ਦਾ ਜਿਹੜਾ ਵਰਕਰ ਹੈਗੇ ਆ, ਜਿਹੜਾ ਹਸਬੈਂਡ ਹੈ, ਤੇ ਉਹਨੂੰ ਮਿਲਣ ਨੂੰ ਆ ਸਕਦੇ ਹੈਗੇ ਆ, ਪਰ ਉਹਨਾਂ ਨੂੰ ਪਰਮਿਸ਼ਨ ਹੈ ਜਿਹੜੀ ਉਹ ਲੈਣੀ ਪੈਣੀ ਹੈ। ਬਿਲਕੁਲ ਆ ਸਕਦੇ ਜੀ। ਬਿਲਕੁਲ ਅਸੀਂ ਗੱਲ ਕਰ ਸੀ ਇਨਕਮ ਕ੍ਰਾਈਟੇਰੀਆ, ਤੁਸੀਂ ਗੱਲ ਕਰ ਰਹੇ ਸੀਗੇ ਕਿ ਇਸ ਵਾਰੀ ਸਰਕਾਰ ਨੇ ਕੁਝ ਛੋੜ ਦਿੱਤੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਅਸੀਂ ਜੀ ਮਿਲਟਨ ਤੋਂ ਬੋਲ ਰਹੇ ਹਾਂ ਜੀ। ਕੀ ਸਵਾਲ ਹੈ ਤੁਹਾਡਾ? ਤੇ ਮੇਰਾ ਸਵਾਲ ਸੀਗਾ ਕਿ ਮੇਰੇ ਬ੍ਰਦਰ ਦਾ ਤੇ ਉਹਨਾਂ ਦੀ ਫੈਮਿਲੀ ਦਾ ਵਿਜ਼ਟਰ ਵੀਜ਼ਾ ਲੱਗਾ ਹੋਇਆ ਲਾਸਟ ਈਅਰ ਦਾ, ਉਹ ਇਸ ਸਾਲ ਹੁਣ ਆ ਸਕਦੇ ਹਨ ਨਵੰਬਰ ਵਿੱਚ? ਕੀ ਪ੍ਰੋਸੀਜਰ ਆ ਜੀ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਨਹੀਂ ਜੀ, ਉਹ ਨਹੀਂ ਆ ਸਕਦੇ ਹੈਗੇ ਕਿਉਂਕਿ ਉਹ ਟਰੈਵਲ ਐਗਜ਼ੈਂਪਸ਼ਨ ਦੇ ਥੱਲੇ ਨਹੀਂ ਹੈਗੇ ਆ। ਸਿਰਫ ਪੈਰੈਂਟਸ, ਗ੍ਰੈਂਡ ਪੈਰੈਂਟਸ, ਚਿਲਡਰਨ, ਸਪਾਊਸਸ ਇਹੀ ਆ ਸਕਦੇ ਨੇ। ਸੋ ਬ੍ਰਦਰ ਉਹਦੇ ਵਿੱਚ ਨਹੀਂ ਆਉਂਦੇ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਜੀ? ਠੀਕ ਠਾਕ ਜੀ ਸਰ। ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਵਿੰਜ਼ਰ ਤੋਂ ਬੋਲ ਰਿਹਾ। ਮੇਰਾ ਕੁਝ ਕੁਐਸਚਨ ਖੈਰਾ ਸਾਹਿਬ ਜੀ ਨਾਲ ਹੈਗਾ। ਮੈਂ ਆਪਣੀ ਮਦਰ ਨੂੰ ਸਪਾਂਸਰ ਨਹੀਂ ਕਰਨਾ, ਮੀਨਸ ਵਿਜ਼ਟਰ ਵੀਜ਼ੇ ਵਾਸਤੇ ਅਪਲਾਈ ਕਰਨਾ ਹੈਗਾ ਤੇ ਮੈਂ ਉਹਦੇ ਬਾਰੇ ਗੱਲ ਕਰਨੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਮੇਰਾ ਸਵਾਲ ਇਹ ਹੈ ਜੀ, ਮੈਂ ਆਪਣੀ ਮਦਰ ਨੂੰ 10 ਇਅਰਸ ਪਹਿਲੇ ਵੀ ਟਰਾਈ ਕੀਤੀ ਸੀ ਵਿਜ਼ਟਰ ਵੀਜ਼ੇ ਵਾਸਤੇ ਤੇ ਰਿਫਿਊਜ਼ ਹੋ ਗਿਆ ਸੀ ਤੇ ਹੁਣ ਮੈਂ ਦੁਬਾਰਾ ਟਰਾਈ ਕਰਨਾ ਚਾਹੁੰਦਾ ਹੈਗਾ ਤੇ ਮਦਰ ਦੀ ਏਜ ਅਪਰੋਕਸੀਮੇਟਲੀ ਆਈ ਥਿੰਕ 80 ਇਅਰਸ ਹੋਏਗੀ ਔਰ ਮੈਂ ਇੱਥੇ ਸਿਟੀਜ਼ਨ ਹੈਗਾ ਤੇ ਮੇਰਾ ਕੀ ਇਹ ਪੋਸੀਬਲ ਹੈਗਾ? ਮੈਂ ਤੁਹਾਡੇ ਥਰੂ ਅਗਰ ਮੈਂ ਗੱਲ ਕਰ ਸਕਦਾ ਤੁਹਾਨੂੰ ਫੋਨ ਤੇ ਲੇਟਰ ਆਨ ਜਾਂ ਕੀ ਨਾ ਕਰਾਂ? ਹਾਂਜੀ, ਸਕਰੀਨ ਤੇ ਨੰਬਰ ਆ ਰਿਹਾ ਹੈ ਜੀ ਸਾਡੇ ਆਫਿਸ ਦਾ,
ਤੁਸੀਂ ਉਹਨੂੰ ਕੰਟੈਕਟ ਕਰ ਸਕਦੇ ਹੋ। ਪਰ ਮੇਰਾ ਆਪ ਜੀ ਨੂੰ ਰეკਮੈਂਡੇਸ਼ਨ ਹੈ ਕਿ ਉਹਨਾਂ ਚਿਰ ਅਪਲਾਈ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਇਹ ਜਾਣ ਨਾ ਲਿਆ ਜਾਵੇ ਕਿ ਉਹਨਾਂ ਨੂੰ ਰਿਫਿਊਜ਼ ਕਿਉਂ ਕੀਤਾ ਗਿਆ। ਉਹ ਪਹਿਲਾਂ ਇਹ ਜਾਣਿਆ ਜਾਵੇ ਉਹਨਾਂ ਨੂੰ ਕਿਉਂ ਰਿਫਿਊਜ਼ ਕੀਤਾ ਗਿਆ, ਤੇ ਉਸ ਤੋਂ ਬਾਅਦ ਜਦੋਂ ਇਹ ਜਾਣਕਾਰੀ ਮਿਲ ਜੇ ਤੇ ਫਿਰ ਉਹ ਚੀਜ਼ਾਂ ਜਿਨ੍ਹਾਂ ਕਰਕੇ ਉਹਨੂੰ ਰਿਫਿਊਜ਼ ਕੀਤਾ ਗਿਆ ਜਿੰਨਾ ਚਿਰ ਉਹਨੂੰ ਓਵਰਕਮ ਨਹੀਂ ਕਰਦੇ ਤਾਂ ਫਿਰ ਸਕਸੈਸ ਨਹੀਂ ਹੋਊਗਾ। ਤੁਸੀਂ ਸਾਡੇ ਆਫਿਸ ਦਾ ਨੰਬਰ ਸਕਰੀਨ ਤੇ ਆ ਰਿਹਾ ਹੈ, ਉੱਥੇ ਕਾਲ ਕਰਕੇ ਅਪਾਇੰਟਮੈਂਟ ਲੈ ਲਓ ਜੀ, ਉਹ ਮੇਰੇ ਨਾਲ ਗੱਲ ਕਰਾ ਦੇਣਗੇ ਤੁਹਾਡੀ, ਤੇ ਉਸ ਤੋਂ ਬਾਅਦ ਤੁਹਾਡੇ ਅੱਗੇ ਮਦਦ ਕੀਤੀ ਜਾ ਸਕਦੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਲੰਡਨ ਟਾਰੀਓ ਤੋਂ ਬੋਲ ਰਿਹਾ ਜੀ। ਜੀ ਸਰ, ਕੀ ਸਵਾਲ ਹੈ? ਅਸੀਂ ਇਮੀਗ੍ਰੇਸ਼ਨ ਬਾਰੇ ਪੁੱਛਣਾ ਸੀ। ਅਸੀਂ ਜਨਵਰੀ 2019 ਚ ਇੱਕ ਡਰਾ ਵਾਸਤੇ ਓਪਨ ਹੋਇਆ ਸੀ, ਤੇ ਅਪ੍ਰੈਲ ਦੇ ਵਿੱਚ ਸਾਡੇ ਕੋਲ ਡਾਕੂਮੈਂਟ ਸਬਮਿਟ ਨੂੰ ਕਿਹਾ ਸੀ। ਜੂਨ ਦੇ ਵਿੱਚ ਜੂਨ 19 ਦੇ ਵਿੱਚ ਅਸੀਂ ਡਾਕੂਮੈਂਟ ਸਬਮਿਟ ਕਰਤੇ ਸੀ। ਉਸ ਤੋਂ ਬਾਅਦ ਨਵੰਬਰ 2019 ਦੇ ਵਿੱਚ ਸਾਨੂੰ ਨਾ ਐਪਲੀਕੇਸ਼ਨ ਨੰਬਰ ਮਿਲ ਗਿਆ ਸੀ। ਹੈਲੋ, ਹਾਂਜੀ ਹਾਂ ਸਰ, ਸਵਾਲ ਰੱਖੋ। ਹਾਂਜੀ ਤੇ ਨਵੰਬਰ 2019 ਦੇ ਵਿੱਚ ਸਾਡੇ ਐਪਲੀਕੇਸ਼ਨ ਨੰਬਰ ਆ ਗਿਆ ਸੀ। ਤੇ ਉਹਦੇ ਸਰ ਕਿੰਨਾ ਟਾਈਮ ਲੱਗੇਗਾ ਸਾਡੀ ਇਮੀਗ੍ਰੇਸ਼ਨ ਵਾਸਤੇ, ਆਪਣੇ ਪੀਆਰ ਵਾਸਤੇ? ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਮੈਨੂੰ ਲੱਗਦਾ ਨਹੀਂ ਅੱਜ ਆਪਣਾ ਮੈਟਰ ਡਿਸਕਸ ਹੋਏਗਾ ਕਿਉਂਕਿ ਕਾਲਸ ਕਾਫੀ ਆ ਰਹੀਆਂ। ਪਹਿਲਾਂ ਜਿਨ੍ਹਾਂ ਨੇ ਪੁੱਛਿਆ ਸੀ ਕਿ ਉਹਨਾਂ ਦੀ ਸਪਾਊਸ ਵੀਜ਼ਾ, ਉਹਨਾਂ ਦੀ ਫੈਮਿਲੀ ਇੰਡੀਆ ਦੇ ਵਿੱਚ ਹੈ, ਉਹਨਾਂ ਦੇ ਬੱਚੇ ਤੇ ਵਾਈਫ ਆਉਣਾ ਚਾਹੁੰਦੇ ਆ, ਵਿਜ਼ਿਟ ਕਰਨਾ ਚਾਹੁੰਦੇ ਆ, ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ, ਕੀ ਉਹ ਕਰ ਸਕਦੇ? ਹਾਂਜੀ, ਆਲਰੇਡੀ ਮੈਂ ਕੁਐਸਚਨ ਦਾ ਜਵਾਬ ਦਿੱਤਾ ਸੀ ਕਿਉਂਕਿ ਉਹ ਬ੍ਰਦਰ ਹੈਗਾ ਤੇ ਬ੍ਰਦਰ ਟਰੈਵਲ ਐਗਜ਼ੈਂਪਸ਼ਨ ਦੇ ਥੱਲੇ ਨਹੀਂ ਆਉਂਦੇ, ਤਾਂ ਬ੍ਰਦਰ ਨਹੀਂ ਆ ਸਕੂਗੇ ਜੀ। ਬਿਲਕੁਲ। ਤੇ ਉਸ ਤੋਂ ਬਾਅਦ ਲੰਡਨ ਤੋਂ ਹੁਣ ਜਿਨ੍ਹਾਂ ਦੀ ਕਾਲ ਆਈ ਸੀ ਪੁੱਛਣਾ ਚਾਹੁੰਦੇ ਸੀਗੇ ਫੈਮਿਲੀ ਕੇਸ। ਆਮ ਤੌਰ ਤੇ ਪੈਰੈਂਟਸ ਗ੍ਰੈਂਡ ਪੈਰੈਂਟਸ ਦੇ ਜਿਹੜੇ ਕੇਸਿਸ ਨੇ ਉਹਨਾਂ ਨੂੰ 3 ਤੋਂ 4 ਸਾਲ ਦਾ ਸਮਾਂ ਜਿਹੜਾ ਲੱਗਦਾ ਹੈ। ਸੋ ਜਿਨ੍ਹਾਂ ਨੂੰ 19 ਚ ਅਪਲਾਈ ਕੀਤਾ ਤਾਂ ਇਹਨਾਂ ਦੀ ਬਾਰੀ 23 ਸਾਲ ਦੇ ਨੇੜੇ ਤੇੜੇ ਆਉਣੀ ਹੈ। ਹਾਲੇ ਇਹਨਾਂ ਨੂੰ ਹੋਰ 2-2.5 ਸਾਲ ਇੰਤਜ਼ਾਰ ਹੈ ਜਿਹੜਾ ਉਹ ਕਰਨਾ ਪੈਣਾ ਹੈ ਜੀ। ਬਿਲਕੁਲ। ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਹਾਂ। ਤੁਹਾਡਾ ਉਹਦੇ ਸੰਬੰਧੀ ਕੋਈ ਸਵਾਲ ਹੈਗਾ ਤਾਂ ਤੁਸੀਂ ਸਾਨੂੰ ਪ੍ਰੋਗਰਾਮ 'ਚ ਸੁਣ ਸਕਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਮੇਰਾ ਕੁਐਸਚਨ ਇਹ ਹੈ ਵੀ ਜਿਵੇਂ ਹੁਣ ਇਹਨਾਂ ਨੇ ਗ੍ਰੈਂਡ ਪੇਰੈਂਟਸ ਤੇ ਪੇਰੈਂਟਸ ਦੀਆਂ ਕੱਢੀਆਂ ਹੋਈਆਂ ਨੇ, ਜੇ 4 ਫੈਮਿਲੀ ਮੈਂਬਰ ਆ, ਲਾਈਕ ਮੈਂ, ਮੇਰੇ ਹਸਬੈਂਡ ਤੇ ਮੇਰੇ ਫਾਦਰ ਮਦਰ, ਰਾਈਟ, ਤੇ ਮੈਨੂੰ ਉਹਦੇ ਲਈ ਇਨਕਮ ਕਿੰਨੀ ਚਾਹੀਦੀ ਹੋ? ਮੇਰਾ ਇੱਕ ਕੁਐਸਚਨ ਇਹ ਹੈ। ਸੈਕੰਡ ਕੁਐਸਚਨ ਮੇਰਾ ਇਹ ਹੈ ਕਿ ਜਿਹੜੇ ਦਿੱਲੀ ਦੇ ਵੀਜ਼ਾ ਆਫਿਸ ਆ ਉਹ ਖੁੱਲ ਚੁੱਕੇ ਆ ਜਾਂ ਨਹੀਂ, ਕਦੋਂ ਖੁੱਲਣੇ, ਕੋਈ ਹੈ ਇਨਫੋਰਮੇਸ਼ਨ ਤਾਂ ਪਲੀਜ਼ ਜ਼ਰੂਰ ਦੇ ਦਿਓ। ਸੋ ਤੁਸੀਂ 4 ਜਾਣੇ ਆ ਜੀ, ਹਸਬੈਂਡ ਵਾਈਫ, 2 ਚਿਲਡਰਨ ਤੇ 2 ਤੁਹਾਡੇ ਪੈਰੈਂਟ, 6 ਜਾਣੇ ਆ ਜੀ ਤੁਸੀਂ? ਨਹੀਂ ਜੀ, 4, ਲਾਈਕ ਮੈਂ, ਮੇਰਾ ਹਸਬੈਂਡ ਤੇ ਲਾਈਕ ਮੇਰੇ ਮਮ ਡੈਡ, ਲਾਈਕ ਜਿਨ੍ਹਾਂ ਲਈ ਮੈਂ ਅਪਲਾਈ ਕਰਨਾ। ਤੁਹਾਡੇ ਕੋਈ ਚਿਲਡਰਨ ਨਹੀਂ ਹੈਗੇ ਆ? ਨਹੀਂ ਬਿਲਕੁਲ ਨਹੀਂ ਜੀ। ਮੈਂ ਤੇ ਮੇਰੇ ਹਸਬੈਂਡ ਵੀ ਐਕਚੁਅਲੀ ਹਲੇ ਇੰਡੀਆ ਹੀ ਨੇ, ਆਏ ਹੋਏ ਨਹੀਂ ਉਹ ਇੱਥੇ, ਉਹਨਾਂ ਦੀ ਫਾਈਲ ਲਾਈ ਹੋਈ ਆ, ਬਟ ਮੈਂ ਜੇ ਅੱਗੇ ਪੇਰੈਂਟਸ ਦਾ ਕਰਨਾ ਤਾਂ ਉਹਨਾਂ ਨੂੰ ਕਾਊਂਟ ਕੀਤਾ ਜਾਊਗਾ ਵਿੱਚ, ਜਾਂ ਮੈਨੂੰ ਉਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ? ਹਾਂਜੀ, ਬਿਲਕੁਲ ਕਾਊਂਟ ਕੀਤਾ ਜਾਊਗਾ ਕਿਉਂਕਿ ਤੁਸੀਂ ਸਪਾਂਸਰਸ਼ਿਪ ਫਾਈਲ ਕਰ ਚੁੱਕੇ ਆ ਤੇ ਤੁਹਾਡੀ ਜਿਹੜੀ ਇਨਕਮ ਹੈਗੀ ਆ ਉਹ ਸਾਲ 19 ਦੀ 62,000 ਚਾਹੀਦੀ ਹੈ, ਤੇ 18 ਦੀ ਤੁਹਾਨੂੰ ਚਾਹੀਦੀ ਹੈ 60,000 ਤੇ 17 ਦੀ 59,000 ਚਾਹੀਦੀ ਹੈ। ਤੋ ਜੇ ਇੰਨੀ ਇਨਕਮ ਹੈਗੀ ਹੈ ਤੁਸੀਂ ਤਾਂ ਵੀ ਕਰ, ਜੇ ਨਹੀਂ ਵੀ ਹੈ ਤਾਂ ਵੀ ਕਰ ਸਕਦੇ ਹੋ। ਤੇ ਦੂਜਾ, ਜਦੋਂ ਤੁਹਾਡੇ ਹਸਬੈਂਡ ਪਰਮਨੈਂਟ ਰੈਜ਼ੀਡੈਂਟ ਹੋ ਜੂਗੇ ਤਾਂ ਉਹਨਾਂ ਦੀ ਇਨਕਮ ਵੀ ਇਹਦੇ ਵਿੱਚ ਐਡ ਹੋਣੀ ਸ਼ੁਰੂ ਹੋ ਚੁੱਕੀ। ਤੋ ਲੇਟਰ ਔਨ ਮੈਂ ਤੁਹਾਨੂੰ ਡਿਸਕਸ਼ਨ ਕਰਨਾ ਚਾਹੁੰਦਾ ਵੀ ਬਿਨਾਂ ਇਨਕਮ ਦੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਬਿਲਕੁਲ। ਤੁਸੀਂ ਬਾਕੀ ਦਾ ਸਵਾਲ ਦਾ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਦਿੱਲੀ ਆਫਿਸਿਸ ਦੇ ਬਾਰੇ ਵਿੱਚ ਇਹਨਾਂ ਨੇ ਪੁੱਛਿਆ ਸੀ, ਓਪਨ ਹਾਂਜੀ, ਉਹ ਬਿਲਕੁਲ ਖੁੱਲੇ ਹੈਗੇ ਆ ਜੀ, ਪਰ ਉਹ ਲਿਮਿਟਡ ਸਟਾਫਿੰਗ ਦੇ ਨਾਲ ਕੰਮ ਕਰ ਰਹੇ ਆ ਤੇ ਕਿਉਂਕਿ ਉਹ ਪ੍ਰਾਇੋਰਟੀ ਪ੍ਰੋਸੈਸਿੰਗ ਸੀ। ਤੋ ਸਭ ਤੋਂ ਪਹਿਲਾਂ ਉਹ ਜਿਹੜੇ ਸਟੂਡੈਂਟ ਵੀਜ਼ਾ ਸੀ 15 ਸਤੰਬਰ ਤੱਕ ਉਹਨਾਂ ਨੂੰ ਪ੍ਰੋਸੈਸ ਕਰ ਰਹੇ ਸੀਗੇ, ਉਹ ਆਲਰੇਡੀ ਪ੍ਰੋਸੈਸ ਹੋ ਚੁੱਕੇ ਨੇ ਤੇ 56,000 ਦੇ ਕਰੀਬਨ ਐਪਲੀਕੇਸ਼ਨਸ ਉਹਨਾਂ ਨੇ ਜਿਹੜੀਆਂ ਅਪਰੂਵ ਕੀਤੀਆਂ ਨੇ ਆ ਸਮੇਂ ਦੇ ਵਿੱਚੋਂ। ਤੇ ਦੂਜੀ ਜਿਹੜੀ ਪ੍ਰਾਇੋਰਟੀ ਹੈਗੀ ਉਹ ਅਪੀਲ ਅਲਾਓ ਹੋਏ ਕੇਸਿਸ ਨੇ ਜਿਹੜੇ ਉਹਨਾਂ ਨੂੰ ਪ੍ਰੋਸੈਸ ਕਰ ਰਹੇ ਨੇ। ਇਹਦੇ ਨਾਲ ਜਿਹੜੇ ਲੋਕਾਂ ਨੂੰ ਵੀਜ਼ਾ ਮਿਲ ਗਿਆ ਸੀ ਉਹ ਟਰੈਵਲ ਨਹੀਂ ਕਰ ਸਕੇ, ਉਹਨਾਂ ਦੇ ਕੇਸਿਸ ਨੂੰ ਪ੍ਰੋਸੈਸ ਕਰ ਰਹੇ ਨੇ। ਸੋ ਹੁਣ ਉਹ ਪ੍ਰਾਇੋਰਟੀ ਦੇ ਉੱਤੇ ਪ੍ਰੋਸੈਸ ਕਰ ਰਹੇ ਨੇ ਤਾਂ ਕਿ ਜਿਹੜੇ ਇੰਡੀਵਿਜੂਅਲ ਪਹੁੰਚ ਸਕਦੇ ਨੇ ਆ ਸਮੇਂ ਦੇ ਵਿੱਚੋਂ ਉਹ ਪਹੁੰਚ ਜਾਣ ਜੀ, ਕਿਉਂਕਿ ਟਾਰਗੇਟ ਵੀ ਨਿਸ਼ਚਿਤ ਕੀਤਾ ਗਿਆ ਕਿ ਫੈਮਿਲੀ ਕਲਾਸ ਦੇ ਵਿੱਚੋਂ 49,000 ਨੇ ਜਿਹੜੇ ਉਹਨਾਂ ਨੇ ਐਪਲੀਕੈਂਟ ਨੂੰ ਪ੍ਰੋਸੈਸ ਕਰਨਾ ਹੈਗਾ, ਜਿਹ ਸਪਾਊਸਸ ਨੇ ਤੇ ਪੈਰੈਂਟਸ, ਗ੍ਰੈਂਡ ਪੈਰੈਂਟਸ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਖੈਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਬੇਟਾ ਮੈਂ ਨਾ ਉਹ ਪੁੱਛਣਾ ਸੀ ਐਕਸਪ੍ਰੈਸ ਐਂਟਰੀ ਬਾਰੇ। ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਬੇਟਾ ਬਰੈਂਪਟਨ ਤੋਂ ਬੋਲ ਰਿਹਾ, ਜਿਨ੍ਹਾਂ ਨੇ ਇੰਡੀਆ ਤੋਂ ਅਪਲਾਈ ਕੀਤਾ ਹੋਇਆ, ਉਹਦੇ ਡਰਾ ਬਾਰੇ ਪਤਾ ਕਰਨਾ ਸੀ ਪੁੱਤਰ ਜੀ। ਹਾਂਜੀ, ਕੀ ਸਵਾਲ ਕੀ ਹੈ ਜੀ ਤੁਹਾਡਾ? ਮੇਰੀ ਬੇਟੀ ਨੇ ਅਪਲਾਈ ਕੀਤਾ ਹੋਇਆ ਐਕਸਪ੍ਰੈਸ ਐਂਟਰੀ ਵਾਸਤੇ ਜੀ, ਉਹਦਾ ਕੋਈ ਡਰਾ ਡਰੂ ਨਿਕਲ ਰਿਹਾ, ਕੀ ਸਕੋਰ ਚੱਲ ਰਿਹਾ ਕੋਈ ਹਾਂਜੀ ਇੰਡੀਆ ਤੋਂ?
ਇੰਡੀਆ ਤੋਂ ਨਹੀਂ, ਸਾਰੀ ਦੁਨੀਆ ਤੋਂ ਹੀ ਐਕਸਪ੍ਰੈਸ ਐਂਟਰੀ ਹੈ। ਐਕਸਪ੍ਰੈਸ ਐਂਟਰੀ ਹਾਂ ਮੈਂ ਸਮਝ ਗਿਆ, ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਲੋਕਲ ਨਹੀਂ ਹੁੰਦਾ ਮੈਂ ਤੁਹਾਡੇ ਕਹਿਣ ਤੋਂ। ਹਾਂਜੀ ਉਹ ਤਾਂ ਹੈ ਸਾਰਾ, ਮੈਂ ਸਮਝ ਗਿਆ ਉਹ ਤਾਂ ਤੁਹਾਡੀ ਗੱਲ। ਜੀ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਕਦੋਂ ਤੋਂ ਓਪਨ ਹੋ ਸਕਦਾ ਤੇ ਹੁਣ ਇਸ ਟਾਈਮ ਕੀ ਸਿਚੁਏਸ਼ਨ ਚੱਲ ਰਹੀ ਹੈ ਐਕਸਪ੍ਰੈਸ ਐਂਟਰੀ ਦੀ? ਹਾਂਜੀ ਹਾਂਜੀ ਹਾਂ ਬੇਟਾ, ਤੁਸੀਂ ਟੀਵੀ ਸਕਰੀਨ ਤੇ ਜੀ ਨਿਕਲ ਰਿਹਾ ਰਾਤ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਜਿਹੜਾ ਲੇਟੈਸਟ ਡਰਾ ਸੀ ਉਹ 471 ਦਾ ਸੀਗਾ ਜੀ। तो ड्रॉ ने जो ऑलवेज कंटिन्यूइंग ने, तो ड्रॉ का मतलब ये नहीं कि वो बंदे ਨੂੰ ਇਮੀਗ੍ਰੇਸ਼ਨ ਮਿਲ ਗਈ ਹੈ ਜੀ। ड्रॉ ਦਾ ਮਤਲਬ ਹੈ ਕਿ ਉਹ ਇਨਵਾਈਟ ਹੈ, ਉਹ ਅਰਜ਼ੀ ਕਰ ਸਕਦਾ ਹੈ। ਉਹ ਅਰਜ਼ੀਆਂ ਲਾਈਨ 'ਚ ਨੇ, ਜਿਉਂ ਤੁਹਾਡੀ ਵਾਰੀ ਆਈ ਜਾਊਗੀ ਉਸ ਤਰੀਕੇ ਨਾਲ ਤੁਹਾਡੀ ਵਾਰੀ ਆਈ ਜਾਣੀ ਹੈ ਜੀ। ਬਿਲਕੁਲ, ਤੇ ਦਰਸ਼ਕ ਸਾਨੂੰ ਲਗਾਤਾਰ ਕਾਲ ਕਰ ਰਹੇ ਨੇ ਤੇ ਸਰ ਐਕਸਪ੍ਰੈਸ ਐਂਟਰੀ ਦਾ ਉਹਨਾਂ ਦਾ ਇਹ ਮਤਲਬ ਸੀਗਾ ਕਿ ਇੰਡੀਆ ਤੋਂ ਸ਼ੁਰੂ ਹੋ ਚੁੱਕੀਆਂ ਐਪਲੀਕੇਸ਼ਨਸ ਲਗਾਉਣੀਆਂ ਜਾਂ ਹਜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੀ ਲੱਗ ਰਹੀ ਹੈ। ਹਾਂਜੀ, ਵਰਲਡ ਓਵਰ ਸ਼ੁਰੂ ਹੋ ਗਈਆਂ ਨੇ ਜੀ। ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਰ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਮੈਂ ਹਰਪਾਲ ਸਿੰਘ ਤੇਜਾ ਬੋਲਦਾ ਜੀ ਬ੍ਰੈਂਪਟਨ ਤੋਂ ਜੀ। ਤੇਜਾ ਜੀ ਦੱਸੋ ਕੀ ਸਵਾਲ ਹੈ? ਮੇਰਾ ਕੁਐਸਚਨ ਇਹ ਹੈ, ਮੇਰਾ ਬੇਟਾ ਮੈਨੂੰ ਸਪਾਂਸਰ ਕਰਨਾ ਚਾਹੁੰਦਾ ਜੀ ਜੀ, ਤੇ ਉਹ ਆਪਣੇ 17 ਦੇ ਵਿੱਚ ਆਇਆ, 18 ਤੇ 19 ਦੀ ਉਹਦੀ ਆਪਣੇ ਭਰੀ ਹੋਈ ਹੈ ਆਪਣਾ ਟੈਕਸ, ਤੇ ਆ ਜਿਹੜਾ ਹੁਣ ਅਕਤੂਬਰ ਚੱਲ ਰਿਹਾ ਇੱਥੇ ਤੱਕ ਉਹਦੀ ਇਸ ਸਾਲ ਦੀ ਲਿਮਿਟ ਵੀ ਪੂਰੀ ਹੋ ਗਈ ਆਮਦਨ ਦੀ। ਮੇਰਾ ਕੁਐਸਚਨ ਇਹ ਹੈ ਵੀ ਕੀ ਇਹ 3 ਸਾਲ ਗਏ ਜਾਣਗੇ ਅੱਜ ਤੱਕ? ਹਾਂਜੀ, ਆਪਾਂ ਇਹਦੇ ਬਾਰੇ ਅੱਗੇ ਕਾਫੀ ਡਿਟੇਲ 'ਚ ਮੈਂ ਡਿਸਕਸ ਕਰਨਾ ਚਾਹੁੰਦਾ ਹਾਂ। ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡਿਸਕਸ ਕਰਨ ਲਈ ਸਰ ਸਾਨੂੰ ਟਾਈਮ ਚਾਹੀਦਾ। ਆਪਣੇ ਕਾਲਰਸ ਨੂੰ ਰਿਕੁਐਸਟ ਹੈ ਕਿ ਕੁਝ ਸਮੇਂ ਲਈ ਤੁਸੀਂ ਕਾਲ ਜਿਹੜੀਆਂ ਹੋਲਡ ਕਰ ਦਿਵੋ ਤਾਂ ਕਿ ਤੁਹਾਡੇ ਸਵਾਲਾਂ ਦੇ ਅਸੀਂ ਜਿਹੜੇ ਜਵਾਬ ਵੀ ਦੇ ਸਕੀਏ ਤੇ ਇਸ ਮੈਟਰ ਬਾਰੇ ਪੂਰਾ ਡਿਸਕਸ ਵੀ ਕਰ ਸਕੀਏ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵਿਨੀਪੈਗ ਤੋਂ ਬੋਲਦਾ ਜੀ। ਹਾਂਜੀ ਜੀ ਸਰ। ਇੱਥੇ ਹੀ ਮੈਂ ਮੇਰੀ ਸਿਸਟਰ ਤੇ ਮੇਰੇ ਜੀਜਾ ਜੀ ਸਾਰੀ ਫੈਮਿਲੀ ਇਕੱਠੇ ਰਹਿੰਦੇ ਆ ਤੇ ਮੈਂ ਵਰਕ ਪਰਮਿਟ ਦੇ ਉੱਪਰ ਆ, ਉਹ PR ਆ ਪਿਛਲੇ 5-6 ਸਾਲ ਤੋਂ। ਤੇ ਜਿੱਦਾਂ ਮੈਂ ਤੇ ਮੇਰੀ ਸਿਸਟਰ ਆਪਦੇ ਮਦਰ ਨੂੰ ਬੁਲਾਉਣਾ ਚਾਹੁੰਦੇ ਆ ਤੇ ਉਧਰੋਂ ਉਹ ਮਦਰ ਇਨ ਲਾਅ ਨੂੰ ਬੁਲਾਉਣਾ ਚਾਹੁੰਦੇ ਆ PR ਦੇ ਵਿੱਚ ਨਾ। ਕੀ ਉਹ ਐਲੀਜੀਬਲ ਆ ਤੇ ਕੀ ਉਹਨਾਂ ਦੀ ਇਨਕਮ ਚਾਹੀਦੀ ਆ? ਤੇ ਦੋਨਾਂ ਨੂੰ ਜੇ ਮੈਂ ਜਿੱਦਾਂ ਵਰਕ ਪਰਮਿਟ ਤੇ ਆ, ਮੇਰੀ ਸਿਸਟਰ ਮੇਰੀ ਮਦਰ ਨੂੰ ਕਰ ਸਕਦੇ ਆ ਸਪਾਂਸਰ? ਹਾਂਜੀ, ਆਪ ਜੀ ਦੇ ਵਰਕ ਪਰਮਿਟ ਹੋਣ ਨਾਲ ਆਪ ਜੀ ਦਾ ਕੋਈ ਵੀ ਰੋਲ ਇਸ ਐਪਲੀਕੇਸ਼ਨ 'ਚ ਨਹੀਂ, ਕਿਉਂਕਿ ਜਿਹੜੀ ਸਪਾਂਸਰਸ਼ਿਪ ਹੈ ਉਹ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਲਈ ਉਹ ਸਿਰਫ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਕਰ ਸਕਦੇ ਨੇ। ਸੋ ਆਪ ਜੀ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਹਾਂਜੀ, ਤੁਹਾਡੀ ਸਿਸਟਰ ਆਪਣੀ ਮਦਰ ਨੂੰ ਕਰ ਸਕਦੀ ਹੈ ਤੇ ਤੁਹਾਡਾ ਬ੍ਰਦਰ ਇਨ ਲਾਅ ਆਪਣੀ ਮਦਰ ਨੂੰ ਵੀ ਕਰ ਸਕਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਉਹਨਾਂ ਦੀ ਇਨਕਮ ਕਿੰਨੀ ਚਾਹੀਦੀ ਹੈ ਮੈਨੂੰ ਇਹ ਥੋੜਾ ਜਿਹਾ ਕਲੀਅਰ ਕਰ ਦੋਗੇ? ਹਾਂਜੀ, ਉਹ ਡਿਪੈਂਡ ਕਰੂਗਾ ਫੈਮਿਲੀ ਸਾਈਜ਼ ਦੇ ਉੱਤੇ ਤੇ ਤੁਸੀਂ ਜੇ ਪ੍ਰੋਗਰਾਮ 4 ਮੈਂਬਰ ਆ ਜੀ, 2 ਬੱਚੇ ਆ ਉਹਨਾਂ ਦੇ, ਇੱਕ 2 ਸਾਲ ਦਾ ਇੱਕ 5 ਸਾਲ ਦੀ ਹਨ ਤੇ 2 ਜਣੇ ਉਹ ਆਪ ਆ ਤੇ ਲਾਸਟ 60,000 ਤੋਂ ਉੱਪਰ ਹੀ ਆ 3 ਈਅਰ ਦੀਆਂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਬਾਕੀ ਦਾ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਸੋ ਤਰਨ, ਜਿਹੜਾ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਜਿਹੜੇ ਇਨਕਮ ਕ੍ਰਾਈਟੇਰੀਆ ਦੇ ਉੱਤੇ ਹੀ ਹੈਗੇ ਨੇ ਜੀ। ਸੋ ਆਪਾਂ ਇਨਕਮ ਕ੍ਰਾਈਟੇਰੀਆ ਦੇ ਉੱਤੇ ਹੀ ਗੱਲ ਕਰ ਰਹੇ ਸੀ ਜੀ। ਬਿਲਕੁਲ, ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਰਿਕੁਐਸਟ ਜ਼ਰੂਰ ਕਰੂੰਗੀ। ਅਸੀਂ ਕੁਝ ਸਮੇਂ ਲਈ 5 ਮਿੰਟ ਲਈ ਲਾਈਨਸ ਜਿਹੜੀਆਂ ਹੁਣ ਹੋਲਡ ਕਰਨ ਜਾ ਰਹੇ ਹਾਂ ਸੋ ਦੈਟ ਕਿ ਤੁਹਾਨੂੰ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਜਾ ਸਕੇ। ਸੋ 5 ਮਿੰਟ ਤੋਂ ਬਾਅਦ ਪਲੀਜ਼ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਪਹਿਲਾਂ ਅਸੀਂ ਥੋੜਾ ਜਿਹਾ ਮੈਟਰ ਜ਼ਰੂਰ ਡਿਸਕਸ ਕਰ ਲਈਏ ਜੀ ਸਰ। ਜੀ। ਸੋ ਜਿਹੜੀ ਪਹਿਲੀ ਛੋਟ ਹੈਗੀ ਹੈ ਦਰਨ, ਉਹ ਹੈਗੀ ਹੈ ਕਿ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਨੌਕਰੀ ਹੈ ਜਿਹੜੀ ਉਹ ਚਲੀ ਗਈ ਸੀ ਆ ਸਮੇਂ ਦੌਰਾਨ। ਸੋ ਜਿਹੜੀ ਇਨਕਮ ਤੇ ਜਿਹੜੀ ਛੋਟ ਦਿੱਤੀ ਹੈਗੀ ਹੈ ਉਹ ਛੋਟ ਹੈਗੀ ਹੈ, ਆਪਾਂ ਨੂੰ ਇਨਕਮ ਪਤਾ ਹੋਗਾ ਮਿਨੀਮਮ ਨੈਸੈਸਰੀ ਇਨਕਮ, ਜਿਹਨੂੰ ਸ਼ਾਰਟ ਫਾਰਮ MNI ਕਿਹਾ ਜਾਂਦਾ ਜੀ। ਉਹ ਹੈਗੀ ਹੈ ਲਾਈਕੋ ਪਲੱਸ 30%। ਲਾਈਕੋ ਕੀ ਹੈਗਾ? ਲੋ ਇਨਕਮ ਕਟ ਆਫ। ਲੋ ਇਨਕਮ ਕਟ ਆਫ ਹੈਗਾ ਗਰੀਬੀ ਰੇਖਾ। ਸੋ ਹਰ ਸਾਲ ਕੈਨੇਡੀਅਨ ਗਵਰਨਮੈਂਟ ਜਿਹੜਾ ਸਟੈਟਿਸਟਿਕਸ ਮਹਿਕਮਾ ਹੈਗਾ ਉਹ ਇੱਕ ਫਿਗਰ ਰਿਲੀਜ਼ ਕਰਦਾ ਹੈ ਕਿ ਜੇ ਕੋਈ ਇੰਨੇ ਪੈਸੇ ਬਣਾਉਂਦਾ ਤਾਂ ਉਹ ਗਰੀਬੀ ਰੇਖਾ ਤੋਂ ਉੱਤੇ ਹੈ ਤੇ ਜੇ ਉਹ ਤੋਂ ਘੱਟ ਬਣਾਉਂਦਾ ਤਾਂ ਉਹ ਗਰੀਬੀ ਰੇਖਾ ਤੋਂ ਥੱਲੇ ਆ। ਸੋ ਉਹਦੇ ਹਿਸਾਬ ਨਾਲ ਇਹ ਕੈਲਕੂਲੇਸ਼ਨ ਕੀਤਾ ਜਾਂਦਾ ਹੈ ਫੈਮਿਲੀ ਸਾਈਜ਼ ਤੇ ਉਹਦੇ ਹਿਸਾਬ ਨਾਲ ਇਨਕਮ ਕੈਲਕੂਲੇਟ ਕੀਤਾ ਜਾਂਦਾ ਹੈ। ਤੇ ਜੇ ਆਪਾਂ ਸਪਾਂਸਰਸ਼ਿਪ ਕਰਨਾ ਪੈਰੈਂਟਸ ਨੂੰ ਤਾਂ ਕਾਨੂੰਨ ਦੇ ਵਿੱਚੋਂ ਇਹ 2014 'ਚ ਤਬਦੀਲੀ ਕੀਤੀ ਗਈ ਸੀ ਕਿ 30% ਵਾਧੂ ਇਨਕਮ ਹੋਣੀ ਚਾਹੀਦੀ ਹੈ ਤੁਹਾਡੇ ਕੋਲੋਂ ਲਾਈਕੋ ਤੋਂ। ਪਰ ਆਹ ਸਾਲ ਦੇ ਵਿੱਚੋਂ ਕਿਉਂਕਿ ਲੋਕ ਪੈਸੇ ਨਹੀਂ ਕਮਾ ਸਕੇ ਸੋ ਇੱਕ ਪਬਲਿਕ ਪਾਲਿਸੀ ਇੰਟਰੋਡਿਊਸ ਕਰਕੇ ਮਿਨਿਸਟਰ ਨੇ, ਕਿਉਂਕਿ ਸੈਕਸ਼ਨ 25 ਦੇ ਥੱਲੇ ਉਹਦੇ ਕੋਲ ਅਧਿਕਾਰ ਹੈਗਾ, ਉਹਨੇ ਕਿਹਾ ਕਿ ਜਿਹੜੀ 30% ਵਾਲੀ ਰਿਕੁਆਇਰਮੈਂਟ ਹੈ ਉਹ ਸਾਲ 2020 ਦੇ ਕ੍ਰਾਈਟੇਰੀਆ ਤੋਂ ਹਟਾ ਦਿੱਤੀ ਜਾਵੇ। ਤਾਂ ਇਕੱਲੇ ਲਾਈਕੋ ਨਾਲ ਹੀ ਆਪਾਂ ਕੁਆਲੀਫਾਈ ਕਰ ਸਕਾਂਗੇ, ਆਪਾਂ ਨੂੰ 30% ਵਾਧੂ ਦੀ ਜ਼ਰੂਰਤ ਨਹੀਂ ਹੈ। ਤੇ ਦੂਜੀ ਜਿਹੜੀ ਛੋਟ ਦਿੱਤੀ ਗਈ ਹੈ ਉਹ ਹੈਗੀ ਹੈ ਕਿ ਇੰਪਲੋਇਮੈਂਟ ਇੰਸ਼ੋਰੈਂਸ ਦੀ ਜਿਹੜੀ EI ਵਾਲੀ ਇਨਕਮ ਹੈ ਉਹ ਵੀ ਤੁਸੀਂ ਇਹਦੇ ਵਿੱਚ ਕੈਲਕੂਲੇਟ ਐਡ ਕਰ ਸਕਦੇ ਹੋ। ਆਮ ਤੌਰ ਤੇ EI ਵਾਲੀ ਇਨਕਮ ਹੈ ਉਹ 'ਚ ਇਨਕਲੂਡ ਨਹੀਂ ਹੁੰਦੀ
ਸੋ ਜਿਹੜੀ ਜੇ ਕੋਈ ਮੈਟਰਨਿਟੀ ਬੈਨੀਫਿਟ ਹੈ, ਕੋਈ ਪੈਟਰਨਿਟੀ ਬੈਨੀਫਿਟ ਹੈ, ਕੋਈ ਡਿਸੇਬਿਲਿਟੀ ਬੈਨੀਫਿਟ ਹੈ, ਉਹ ਜ਼ਰੂਰ ਐਡ ਹੋ ਜਾਂਦੇ ਸੀ, ਪਰ ਇੰਪਲੋਇਮੈਂਟ ਇੰਸ਼ੋਰੈਂਸ ਦੀ ਪਲੇਨ ਇਨਕਮ ਉਹ ਐਡ ਨਹੀਂ ਹੁੰਦੀ ਸੀ। ਉਹ ਇਹ ਵੀ ਛੋਟ ਦਿੱਤੀ ਗਈ ਹੈ ਕਿ ਜਿਹੜਾ EI ਜਾਂ ਸਰਬ ਤੁਸੀਂ ਲਿਆ ਹੈਗਾ ਉਹ ਵੀ ਇਹ 'ਚ ਐਡ ਕਰ ਸਕਦੇ ਆ। ਇਹ ਪਬਲਿਕ ਪਾਲਿਸੀ ਉਦੋਂ ਤੱਕ ਲਾਗੂ ਰਹਿਣੀ ਆ ਜਦੋਂ ਤੱਕ ਇਹ ਅਰਜ਼ੀਆਂ ਦਾ ਨਿਪਟਾਰਾ ਨਹੀਂ ਹੋ ਜਾਂਦਾ ਜਿਹੜੀਆਂ ਕਰੰਟ ਜਾਂ ਪੈਂਡਿੰਗ ਨੇ, ਤੇ ਦੂਜੀ ਜਾਂ ਜਦੋਂ ਤੱਕ ਮਿਨਿਸਟਰ ਇਸ ਪਾਲਿਸੀ ਨੂੰ ਰਿਵੋਕ ਨਹੀਂ ਕਰ ਲੈਂਦਾ। ਸੋ ਇਹ ਪਾਲਿਸੀ ਨਾਲ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੋਣਾ ਜਿਨ੍ਹਾਂ ਦੇ ਕੇਸ ਅਪੀਲ 'ਚ ਚੱਲ ਰਹੇ ਨੇ, ਕਿਉਂਕਿ ਉਹ ਵੀ ਪੈਂਡਿੰਗ ਐਪਲੀਕੇਸ਼ਨ ਉਹ 'ਚ ਪਰਮਨੈਂਟ ਰੈਜ਼ੀਡੈਂਸ ਦਾ ਫਾਈਨਲ ਡਿਸੀਜਨ ਨਹੀਂ ਹੋਇਆ। ਸੋ ਜੇ ਤੁਸੀਂ ਤੁਹਾਡੀ ਅਪੀਲ ਚੱਲ ਰਹੀ ਹੈ ਤੇ ਸਾਲ 2020 'ਚ ਤੁਹਾਡੀ ਘੱਟ ਇਨਕਮ ਹੈ ਤੇ ਇੰਪਲੋਇਮੈਂਟ ਇੰਸ਼ੋਰੈਂਸ ਹੈ ਤਾਂ ਵੀ ਤੁਹਾਡੀ ਅਪੀਲ ਹੈ ਜਿਹੜੀ ਉਹ ਮਨਜ਼ੂਰ ਹੋ ਸਕੂਗੀ। ਤੇ ਦੂਜੀ ਜਿਹੜੀ ਗੱਲ ਤੇ ਬਹੁਤ ਸਾਰੇ ਲੋਕਾਂ ਦਾ ਸਵਾਲ ਆ ਰਿਹਾ ਸੀ ਕਿ ਇਨਕਮ ਰਿਕੁਆਇਰਮੈਂਟ ਕੀ ਹੈਗੀ ਆ। ਸਭ ਤੋਂ ਪਹਿਲਾਂ ਤਾਂ ਜਿਹੜੀ ਇਨਕਮ ਰਿਕੁਆਇਰਮੈਂਟ ਹੈ ਉਹ ਕਾਨੂੰਨ ਦੀ ਧਾਰਾ 133(1)J ਦੇ ਵਿੱਚੋਂ ਲਿਸਟਡ ਹੈ। 133(1)J ਕਹਿੰਦਾ ਹੈਗਾ ਕਿ ਮਿਨਿਸਟਰ ਐਸਟੈਬਲਿਸ਼ ਕਰਦਾ ਹੈ ਕਿ ਮਿਨੀਮਮ ਨੈਸੈਸਰੀ ਇਨਕਮ ਕੀ ਹੈ। ਸੋ ਆਲਰੇਡੀ ਐਸਟੈਬਲਿਸ਼ ਹੈ 30% ਪਲੱਸ ਲਾਈਕੋ। ਦੂਜੀ ਤੁਹਾਨੂੰ ਕਿਹੜਾ ਕਾਗਜ਼ ਚਾਹੀਦਾ ਹੈਗਾ ਉਹ ਸੈਕਸ਼ਨ 134 ਦੇ ਥੱਲੇ ਐਂਟਰਡ ਹੈ, ਜਿੱਥੇ ਕਿ ਦੱਸਿਆ ਗਿਆ ਡਾਕੂਮੈਂਟ ਇਸ਼ੂਡ ਬਾय ਮਿਨਿਸਟਰ ਆਫ ਰੈਵਨਿਊ। ਉਹ ਕਿਹੜਾ ਕਾਗਜ਼ ਆ? ਉਹ ਨੋਟਿਸ ਆਫ ਅਸੈਸਮੈਂਟ ਹੈ ਜਿਹੜਾ ਦਿੰਦਾ। ਜਿਵੇਂ 2 ਕਾਲਰਸ ਦੇ ਸਵਾਲ ਆਏ ਸੀ, ਉਹ ਰਿਲਾਈ ਕਰ ਰਹੇ ਸੀ T4 ਦੇ ਉੱਤੇ। ਇੱਕ ਵਿਨਿਪੈਗ ਤੋਂ ਕਾਲਰ ਸੀ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੀ T4 ਇਨਕਮ 50 ਤੋਂ 60 ਹਜ਼ਾਰ ਹੈ। T4 ਦਾ ਕੋਈ ਵੀ ਮਤਲਬ ਨਹੀਂ ਹੈਗਾ। ਜਿਹੜਾ ਡਾਕੂਮੈਂਟ ਹੈਗਾ ਉਹ ਡਾਕੂਮੈਂਟ ਇਸ਼ੂਡ ਬਾय ਮਿਨਿਸਟਰ ਆਫ ਰੈਵਨਿਊ ਹੈ, ਜਿਹੜਾ ਕਿ ਨੋਟਿਸ ਆਫ ਅਸੈਸਮੈਂਟ ਹੈ। ਫਿਰ ਇੱਕ ਤੇਜਾ ਜੀ ਦਾ ਸਵਾਲ ਆਇਆ ਸੀ ਕਿ ਉਹਨਾਂ ਦਾ ਸਨ ਹੈ ਉਹ 17 ਚ ਆਇਆ ਤੇ ਉਹਨੇ ਇਨਕਮ 18-19 ਦੀ ਪੂਰੀ ਕਰ ਲਈ ਹੈ ਤੇ ਹੁਣ ਤੱਕ ਉਹਦੀ ਇਨਕਮ ਪੂਰੀ ਹੋ ਚੁੱਕੀ ਹੈ। ਉਹ ਨਹੀਂ ਹੈਗਾ ਜੀ, ਕਿਉਂਕਿ ਆਹ ਸਾਲ ਦਾ ਤਾਂ ਹਾਲੇ ਉਹਨੇ ਟੈਕਸ ਹੀ ਨਹੀਂ ਭਰਿਆ। ਉਹ ਜਦੋਂ ਟੈਕਸ ਫਾਈਲ ਕਰੂਗਾ ਫਿਰ ਡਾਕੂਮੈਂਟ ਇਸ਼ੂ ਹੋਊਗਾ। ਉਹ ਡਾਕੂਮੈਂਟ ਹੈਗਾ ਡਾਕੂਮੈਂਟ ਇਸ਼ੂਡ ਬਾय ਮਿਨਿਸਟਰ ਆਫ ਰੈਵਨਿਊ, ਜਿਹੜਾ ਕਿ ਨੋਟਿਸ ਆਫ ਅਸੈਸਮੈਂਟ ਹੋਊਗਾ। ਹੁਣ ਜਿਹੜਾ ਕ੍ਰਾਈਟੇਰੀਆ ਹੈਗਾ ਜਿਹੜਾ ਸੈਕਸ਼ਨ 131(J) ਦੇ ਥੱਲੇ ਹੈ ਉਹ ਹੈਗਾ ਪਿਛਲੇ 3 ਸਾਲ ਦੀ ਇਨਕਮ। ਸੋ ਪਿਛਲੇ ਹੁਣ ਜੇ ਕਰੰਟ ਈਅਰ 2020 ਹੈ ਤਾਂ ਜਿਹੜੇ ਇਨਕਮ ਦੇਖੀ ਜਾਣੀ ਹੈ ਉਹ ਸਾਲ 19, 18 ਤੇ 17 ਦੀ ਦੇਖੀ ਜਾਣੀ ਹੈ। ਉਹ ਇਨਕਮ ਹੈਗੀ ਹੈ ਨੋਟਿਸ ਆਫ ਅਸੈਸਮੈਂਟ। ਸੋ ਸਾਲ 17 ਦਾ ਨੋਟਿਸ ਆਫ ਅਸੈਸਮੈਂਟ, ਸਾਲ 18 ਦਾ ਨੋਟਿਸ ਅਸੈਸਮੈਂਟ, ਸਾਲ 19 ਦਾ ਨੋਟਿਸ ਆਫ ਅਸੈਸਮੈਂਟ। ਉਹ ਤੋਂ ਇਲਾਵਾ ਕੋਈ ਵੀ ਕਾਗਜ਼ ਨਹੀਂ। ਸੋ ਇਹੀ ਰਿਲਾਇਬਲ ਡਾਕੂਮੈਂਟ ਹੈਗੇ ਨੇ। ਸੋ ਨਾ ਹੁਣ ਤੱਕ ਦੀਆਂ ਪੇ ਸਟਬਸ, ਨਾ ਕੋਈ T4। ਸੋ ਇਹ ਇਨਕਮ ਜਿਹੜਾ ਹੈਗਾ ਤੁਹਾਨੂੰ ਐਲੀਜੀਬਲ ਬਣਾਉਂਦਾ ਹੈ। ਹੁਣ ਇੰਪੋਰਟੈਂਟ ਜਿਹੜਾ ਇਸ਼ੂ ਹੈਗਾ ਤਰਨ ਉਹ ਹੈਗਾ ਇੱਥੇ ਅੰਡਰਸਟੈਂਡ ਕਰਨ ਦੀ ਲੋੜ ਹੈ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਐਬਸਪੋਰਟ BC ਤੋਂ ਬੋਲ ਰਹੀ ਹਾਂ ਜੀ। ਕੀ ਸਵਾਲ ਹੈ ਤੁਹਾਡਾ ਮੈਮ? ਹਾਂਜੀ, ਮੈਂ ਕਹਿ ਰਿਹਾ ਸੀ ਪੁੱਛਣਾ ਸੀ ਅਸੀਂ ਫੈਮਿਲੀ ਆਫ 6 ਬੰਦੇ ਹਾਂ ਇੰਕਲੂਡਿੰਗ ਪੇਰੈਂਟਸ ਸੁਪਰਵਾਈਜ਼ਰ ਤੇ ਹਾਂ, ਤੇ ਮੈਂ ਪੁੱਛਣਾ ਸੀ ਕਿ ਮਤਲਬ ਟੈਕਸ ਈਅਰ 19, 18, 17 ਦੇ ਨਾਲ ਅਸੀਂ ਅਪਲਾਈ ਕਰ ਸਕਦੇ ਹਾਂ ਤੇ ਇਨਕਮ ਕਿੰਨੀ ਚਾਹੀਦੀ ਹੋਏਗੀ? ਹਾਂਜੀ, ਇਹੀ ਡਿਸਕਸ਼ਨ ਕਰ ਰਹੇ ਹਾਂ ਜੀ। ਬਿਲਕੁਲ ਇਹੀ ਡਿਸਕਸ਼ਨ ਸਾਡੀ ਹੋ ਰਹੀ ਹੈ ਤੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ 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 हेलो हाय, सत श्री अकाल जी। मेरा नाम निशान है, मैं पाकिस्तान से बात कर रहा हूँ। मैं सबसे पहले तो आपका थैंक यू करना चाहता हूँ कि आप इतना अच्छा प्रोग्राम करते हैं और लोगों को बड़ी यूजफुल इन्फॉर्मेशन देते हैं और मैं काफी रेगुलर कॉलर भी हूँ आपका। थैंक यू सर। क्या सवाल क्या है आपका? और मेरा एक क्वेश्चन थैंक यू सो मच। और मेरा एक क्वेश्चन है कि मैं आज न्यूज सुन रहा था कि 28 अक्टूबर से वो ट्रैवल रिस्ट्रिक्शंस को जो है ना वो थोड़ा सा ईज कर रहे हैं और वो स्टूडेंट्स और जो विजिटर्स हैं वो आ सकेंगे। तो मैंने लास्ट वीक में आपसे क्वेश्चन किया था कि मेरी वाइफ को वर्क परमिट अप्लाई हुआ है, तो खैर साहब ने मुझे बताया था कि जब तक उसकी वर्क परमिट नहीं आता और 3 पे स्लिप्स नहीं आती तब तक मैं नहीं आ सकता। तो जब ट्रैवल रिस्ट्रिक्शंस ईज अगर 28 अक्टूबर को होती है तो क्या फिर भी मैं आ सकता हूँ? मेरे पास विजिटर वीजा है। जी बिल्कुल, आप टीवी स्क्रीन पर आंसर सुन सकते हैं। कॉल करने के लिए आपका बहुत बहुत शुक्रिया सर। मैं अपने सर्वर डिपार्टमेंट ਨੂੰ ਕਹੂੰਗੀ ਪਲੀਜ਼ ਅਜੇ ਇਸ ਤੋਂ ਬਾਅਦ ਲਾਸਟ ਕਾਲ ਹੈ, ਇਸ ਤੋਂ ਬਾਅਦ ਹਜੇ ਕੁਝ ਕਾਲਸ ਜਿਹੜੀਆਂ ਹੋਲਡ ਕੀਤੀਆਂ ਜਾਣ। ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਵਿਨੀਪੈਗ ਤੋਂ ਬੋਲ ਰਹੀ ਹਾਂ। ਜੀ ਮੈਮ ਦੱਸੋ ਕੀ ਸਵਾਲ ਹੈ? ਮੇਰਾ ਖੈਰ ਸਰ ਨਾਲ ਇਹ ਸਵਾਲ ਹੈ ਕਿ ਜਿਨ੍ਹਾਂ ਨੇ ਮੈਨੀਟੋਬਾ ਤੋਂ ਅਪਲਾਈ ਕੀਤਾ ਬਲੱਡ ਰਿਲੇਸ਼ਨ ਲਈ ਫੈਮਿਲੀ ਸਪਾਂਸਰਸ਼ਿਪ MPNP ਲਗਾਈ ਹੈ, ਉਹਦਾ EOI ਡਰਾ ਕਦੋਂ ਨਿਕਲੇਗਾ? ਉਹ ਲਾਸਟ ਈਅਰ ਨਿਕਲਿਆ ਸੀ, ਇਸ ਸਾਲ ਕਦੋਂ ਨਿਕਲੇਗਾ ਉਹ ਡਰਾ? ਜੀ ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਆਪਾਂ ਪਹਿਲਾਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਈਏ। ਪਹਿਲਾਂ ਜਿਨ੍ਹਾਂ ਦਾ ਆਇਆ ਸੀਗਾ ਕਿ 6 ਮੈਂਬਰਸ ਨੇ ਟੈਕਸ ਈਅਰ ਦੀ, ਉਹਦੀ ਆਪਾਂ ਆਲਰੇਡੀ ਗੱਲ ਕਰ ਰਹੇ ਹਾਂ। ਦੈਨ ਜਿਨ੍ਹਾਂ ਨੇ ਪਾਕਿਸਤਾਨ ਤੋਂ ਕਾਲ ਕੀਤੀ ਸੀ ਉਹ ਆਪਣੇ ਬਿਲਕੁਲ। ਸੋ
20th of October ਨੂੰ ਜਿਹੜਾ ਟੈਕਨੀਕਲੀ 20th of October ਨੂੰ ਜਿਹੜੀਆਂ ਚੇਂਜਸ ਨੇ ਉਹ ਮੇਨਲੀ ਸਟੂਡੈਂਟਸ ਨੂੰ ਲੈ ਕੇ ਨੇ। 8 ਅਕਤੂਬਰ ਨੂੰ ਜਿਹੜੀ ਹੈਗੀ ਹੈ ਤੇ ਈਜ਼ ਕੀਤਾ ਜਾਊਗਾ ਐਕਸਟੈਂਡਡ ਫੈਮਿਲੀ ਮੈਂਬਰਸ ਨੇ ਜਿਹੜਾ ਉਹਨਾਂ ਨੂੰ। ਉਹ ਅਪਡੇਟ ਨੇ ਜਿਹੜੇ ਉਹ ਤੁਸੀਂ 8 ਅਕਤੂਬਰ ਨੂੰ ਦੇ ਦਿੱਤੇ ਜਾਣਗੇ ਕਿ ਉਹ ਕਿਹੜੇ ਹੋਣਗੇ। ਹਾਲੇ ਤੱਕ ਉਹਨਾਂ ਨੂੰ ਨਾਵਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈਗਾ, ਤਾਂ ਆਪਾਂ ਨੂੰ ਉਦੋਂ ਪੂਰੀ ਜਾਣਕਾਰੀ ਹੋ ਜਾਣੀ ਹੈ ਜੀ। ਤੇ ਦੂਜਾ ਜਿਹੜਾ ਸਟੂਡੈਂਟਸ ਵਾਲਾ ਹੈਗਾ ਉਹ 20 ਅਕਤੂਬਰ ਨੂੰ ਉਹ ਲੋਕ ਆ ਸਕਣਗੇ ਜਿਨ੍ਹਾਂ ਦੇ ਪਬਲਿਕ ਹੈਲਥ ਡਿਪਾਰਟਮੈਂਟ ਵੱਲੋਂ ਆਥੋਰਾਈਜ਼ ਕੀਤਾ ਜਾਊਗਾ ਸਕੂਲਸ, ਕਾਲਜਸ, ਯੂਨੀਵਰਸਿਟੀਜ਼ ਨੂੰ ਕਿ ਉਹਨਾਂ ਨੇ ਐਪਰੋਪਰੀਏਟ ਮੈਜਰਸ ਲਏ ਨੇ ਸਪਰੈਡ ਨੂੰ ਰੋਕਣ ਲਈ। ਸੋ ਉਹ ਲੋਕ ਜਿਨ੍ਹਾਂ ਨੂੰ ਆਲਰੇਡੀ ਵੀਜ਼ਾ ਮਿਲ ਚੁੱਕਿਆ ਉਹ ਟਰੈਵਲ ਰਿਸਟ੍ਰਿਕਸ਼ਨ ਤੋਂ ਬਾਹਰ ਹੋ ਜਾਣਗੇ। ਉਹਨਾਂ ਦੇ ਨਾਵਾਂ ਦੀ ਲਿਸਟ ਹੈ ਜਿਹੜੀ ਉਹ ਵੀ ਇਮੀਗ੍ਰੇਸ਼ਨ ਮਹਿਕਮੇ ਦੀ ਵੈਬਸਾਈਟ ਜਿਹੜੀ ਜਿੱਥੇ DLI ਲਿਸਟ ਹੈਗਾ ਉਹਦੇ ਨਾਲ ਪਾ ਦਿੱਤੀ ਜਾਊਗੀ। ਉਹ ਹਾਲੇ ਆਪਾਂ ਨੂੰ ਉਹਦਾ ਇੰਤਜ਼ਾਰ ਕਰਨਾ ਪੈਣਾ ਹੈ। ਤੇ ਜਿਹੜੀ ਐਕਸਟੈਂਡਡ ਫੈਮਿਲੀ ਮੈਂਬਰਸ ਦੀ ਜਿਹੜੀ ਲਿਸਟ ਹੈਗੀ ਹੈ ਉਹ ਵੀ ਆਪਾਂ ਨੂੰ ਜਿਹੜਾ 8 ਅਕਤੂਬਰ ਨੂੰ ਜਿਹੜਾ ਛਪ ਜਾਣੀ ਹੈ ਜੀ, ਉਦੋਂ ਤੱਕ ਇੰਤਜ਼ਾਰ ਕਰਨਾ ਪੈਣਾ ਜੀ। ਬਿਲਕੁਲ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ 5 ਮਿੰਟ ਲਈ ਅਸੀਂ ਕਾਲਸ ਜਿਹੜੀਆਂ ਨੇ ਹੋਲਡ ਤੇ ਰੱਖੀਆਂ ਹੋਈਆਂ ਨੇ, ਤੁਸੀਂ ਪਲੀਜ਼ ਉਸ ਤੋਂ ਬਾਅਦ ਕਾਲਸ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਇੰਪੋਰਟੈਂਟ ਮੈਟਰ ਅਸੀਂ ਡਿਸਕਸ ਕਰ ਰਹੇ ਹਾਂ। ਜੀ ਸਰ, ਤੁਸੀਂ ਇਨਫੋਰਮੇਸ਼ਨ ਦੇ ਰਹੇ ਸੀ। ਬਿਲਕੁਲ। ਸੋ ਜਿਵੇਂ ਕਾਲਰ ਦਾ ਆਪਾਂ ਉੱਥੇ ਕੰਟੀਨਿਊ ਕਰਦੇ ਹਾਂ। ਜਿਹੜਾ ਉਹਨਾਂ ਦਾ ਸਵਾਲ ਸੀ 6 ਫੈਮਿਲੀ ਮੈਂਬਰ ਨੇ ਤੇ ਉਹ ਸਾਲ 19, 17 ਤੇ 18 ਦੀ ਇਨਕਮ ਨਾਲ ਅਪਲਾਈ ਕਰ ਸਕਦੇ ਨੇ। ਬਹੁਤ ਸਾਰੇ ਲੋਕਾਂ ਦਾ ਇੱਕ ਕਾਮਨ ਨੌਲੇਜ, ਆਮ ਜਾਣਕਾਰੀ ਇਹ ਹੈਗੀ ਹੈ ਕਿ ਪੈਰੈਂਟਸ ਨੂੰ ਤਾਂ ਅਪਲਾਈ ਕਰ ਸਕਦੇ हैं ਜੇ ਇਨਕਮ ਕ੍ਰਾਈਟੇਰੀਆ ਮੀਟ ਕਰਦੇ हैं ਜੀ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਇਹ ਓਨਲੀ ਕ੍ਰਾਈਟੇਰੀਆ ਨਹੀਂ ਹੈਗਾ, ਇਹ ਵਨ ਆਫ ਦ ਕ੍ਰਾਈਟੇਰੀਆ। ਸੋ ਇਹ ਇਕੱਲਾ ਹੀ ਨਹੀਂ ਕਿ ਇਨਕਮ ਬਣਾ ਲਈ ਤੇ ਮੇਰੇ ਪੇਰੈਂਟਸ ਆ ਜਾਣਗੇ, ਨਹੀਂ ਜੀ। ਇਹ ਬਾਕੀ 10 ਕ੍ਰਾਈਟੇਰੀਆ ਚੋਂ ਇੱਕ ਕ੍ਰਾਈਟੇਰੀਆ ਤੇ ਬਾਕੀ ਵੀ ਪੂਰੇ ਕਰਨੇ ਆ। ਸਭ ਤੋਂ ਪਹਿਲਾਂ ਤਾਂ ਜਿਹੜਾ ਕ੍ਰਾਈਟੇਰੀਆ ਹੈਗਾ ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਆ। ਦੂਜੇ 18 ਸਾਲ ਤੋਂ ਵੱਧ ਹੋਣੇ ਚਾਹੀਦੇ ਹੋ। ਤੁਸੀਂ ਜੇਲ੍ਹ, ਪੈਨਿਟੈਂਟਰੀ ਜਾਂ ਰੈਫਰਮੇਟਰੀ 'ਚ ਨਹੀਂ ਹੋਣੇ ਚਾਹੀਦੇ। ਤੁਹਾਡੇ ਤੇ ਕੋਈ ਪੈਂਡਿੰਗ ਕ੍ਰਿਮੀਨਲ ਚਾਰਜਸ ਨਹੀਂ ਹੋਣੇ ਚਾਹੀਦੇ। ਤੁਸੀਂ ਵੈਲਫੇਅਰ ਤੇ ਨਹੀਂ ਹੋਣੇ ਚਾਹੀਦੇ। ਉਸ ਤੋਂ ਇਲਾਵਾ ਫਿਰ ਤੁਸੀਂ ਰਿਲੇਸ਼ਨਸ਼ਿਪ ਪ੍ਰੂਵ ਕਰਨਾ ਹੈਗਾ। ਇਹਦੇ ਨਾਲ ਨਾਲ ਤੁਸੀਂ ਆ ਸਰਟਨ ਇਨਕਮ ਕ੍ਰਾਈਟੇਰੀਆ ਮੀਟ ਕਰਨਾ ਹੈ। ਹੁਣ ਇੱਕ ਕਾਮਨ ਨੌਲੇਜ ਨਾਲ ਜੇ ਆਪਾਂ ਇਹ ਗੱਲ ਦੇਖੀਏ ਕਿ ਇੱਥੇ ਇੱਕ ਜੇ ਇਨਕਮ ਕ੍ਰਾਈਟੇਰੀਆ ਓਨਲੀ ਕ੍ਰਾਈਟੇਰੀਆ ਤਾਂ ਆਪਾਂ ਇਹ ਇੱਕ ਪ੍ਰੋਸੀਜਰਲੀ ਫੇਅਰਨੈਸ, ਜਿਹੜਾ ਕੰਟਰੀ ਪ੍ਰੋਸੀਜਰਲੀ ਫੇਅਰ ਹੈ ਤੇ ਜਿੱਥੇ ਇਕੁਐਲਿਟੀ ਨੂੰ ਬਹੁਤ ਇੰਪੋਰਟੈਂਸ ਦਿੱਤਾ ਜਾਂਦਾ ਹੈ। ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦਾ, ਚਾਹੇ ਉਹ ਤੁਹਾਡਾ ਕਲਰ ਕਰਕੇ ਹੈ, ਤੁਹਾਡੀ ਫਾਈਨੈਂਸ਼ੀਅਲ ਐਬਿਲਿਟੀ ਕਰਕੇ ਹੈ, ਸੈਕਸ ਕਰਕੇ ਹੈ, ਤੁਹਾਡੇ ਰਿਲੀਜਨ ਕਰਕੇ ਹੈ। ਫਿਰ ਇੱਕ ਫਾਈਨੈਂਸ਼ੀਅਲ ਐਬਿਲਿਟੀ ਕਰਕੇ ਕਿਵੇਂ ਕਿਸੇ ਨੂੰ ਡਿਸਕ੍ਰਿਮੀਨੇਟ ਕੀਤਾ ਜਾ ਸਕਦਾ? ਇਹ ਤਾਂ ਉਹ ਗੱਲ ਹੋ ਜਾਣੀ ਹੈ ਕਿ ਅਮੀਰ ਲੋਕ ਆਪਣੇ ਮਾਪਿਓ ਨੂੰ ਸੱਦ ਸਕਦੇ ਆ ਤੇ ਗਰੀਬ ਲੋਕ ਆਪਣੇ ਮਾਪਿਓ ਨੂੰ ਨਹੀਂ ਸੱਦ ਸਕਦੇ। ਸੋ ਸੋਸਾਇਟੀ ਜਾਂ ਲਾਅ ਹੈਵਸ ਔਰ ਹੈਵ ਨਾਟਸ ਨੂੰ ਕ੍ਰੀਏਟ ਨਹੀਂ ਕਰਦਾ ਹੈਗਾ। ਇਹ ਤਾਂ ਵੰਡ ਨਹੀਂ ਨਾ ਪਾਈ ਜਾ ਸਕਦੀ ਕਿ ਅਮੀਰ ਆਪਣੇ ਮਾਪਿਓ ਨੂੰ ਬੁਲਾ ਲੈਣ, ਅਮੀਰ ਪ੍ਰਿਵਿਲੇਜ ਨੇ ਤੇ ਗਰੀਬ ਨੇ ਜਿਹੜੇ ਉਹ ਪ੍ਰਿਵਿਲੇਜ ਨਹੀਂ ਜਾਂ ਪੈਸਾ ਨਹੀਂ ਬਣਾਉਣ ਵਾਲੇ ਉਹ ਆਪਣੇ ਮਾਪਿਓ ਨੂੰ ਨਹੀਂ ਬੁਲਾ ਸਕਦੇ ਹੈਗੇ। ਇੱਥੇ ਕਾਨੂੰਨ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੈਕਸ਼ਨ 133 ਹੈ ਜਿਹੜਾ ਉਹ ਕਹਿੰਦਾ ਹੈਗਾ ਕਿ ਜਿਸ ਦਿਨ ਤੁਸੀਂ ਸਪਾਂਸਰਸ਼ਿਪ ਅਰਜ਼ੀ ਦਾਖਲ ਕੀਤੀ ਤੇ ਜਦੋਂ ਤੱਕ ਤੁਹਾਡੇ ਪੈਰੈਂਟਸ ਪਰਮਨੈਂਟ ਰੈਜ਼ੀਡੈਂਟ ਨਹੀਂ ਹੋ ਜਾਂਦੇ ਤੁਸੀਂ ਸਾਰੇ ਸਮੇਂ ਇਨਕਮ ਕ੍ਰਾਈਟੇਰੀਆ ਮੀਟ ਕਰਦੇ ਰਹਿਣਾ ਹੈਗਾ। ਅੱਜ ਅਰਜ਼ੀ ਦਾਖਲ ਕਰਨ ਨੂੰ ਜਿਵੇਂ ਇੱਕ ਕਾਮਨ ਨੌਲੇਜ ਹੈ ਕਿ ਲੋਕਾਂ ਨੇ ਸਾਲ 19, 18 ਤੇ 17 ਦਾ ਇਨਕਮ ਕ੍ਰਾਈਟੇਰੀਆ ਮੀਟ ਕਰਨਾ, ਫਿਰ ਉਹ ਆਪਣੀ ਅਰਜ਼ੀ ਕਰ ਸਕਣਗੇ। ਉਸ ਤੋਂ ਬਾਅਦ ਕਾਨੂੰਨ ਕਹਿੰਦਾ ਹੈ ਕਿ ਜਦੋਂ ਸਰਕਮਸਟੈਂਸਸ ਚੇਂਜ ਹੋ ਜਾਣ ਤਾਂ ਆਫਿਸਰ ਰੀਅਸੈਸਮੈਂਟ ਕਰ ਸਕਦਾ, ਜਾਂ ਫੈਮਿਲੀ ਸਾਈਜ਼ ਚੇਂਜ ਹੋ ਜੇ ਤਾਂ ਵੀ ਰੀਅਸੈਸਮੈਂਟ ਕੀਤੀ ਜਾ ਸਕਦੀ ਹੈ। 12 ਮਹੀਨੇ ਅਰਜ਼ੀ ਤੇ ਕੋਈ ਫੈਸਲਾ ਨਾ ਹੋਵੇ ਤਾਂ ਵੀ ਰੀਅਸੈਸਮੈਂਟ ਕੀਤੀ ਜਾ ਸਕਦੀ ਹੈ। ਅੱਜ ਤੁਸੀਂ ਇਨਕਮ ਬਣਾਉਂਦੇ ਆ, ਸਾਲ 2021 ਚ ਰੱਬ ਨਾ ਕਰੇ ਤੁਸੀਂ ਇਨਕਮ ਨਹੀਂ ਬਣਾਉਂਦੇ ਤੇ ਤਾਂ ਵੀ ਤੁਹਾਡਾ ਕੇਸ ਹੈ ਰਿਫਿਊਜ਼ ਹੋ ਜਾਣਾ। ਅੱਜ ਨਹੀਂ ਬਣਾਉਂਦੇ ਤਾਂ ਵੀ ਤੁਹਾਡਾ ਕੇਸ ਰਿਫਿਊਜ਼ ਹੋ ਜਾਣਾ। ਸੋ ਫਰਕ ਕੀ ਹੋਇਆ? ਚਾਹੇ ਇਨਕਮ ਬਣਾਉਂਦੇ ਆ ਚਾਹੇ ਨਹੀਂ ਬਣਾਉਂਦੇ ਤਾਂ ਵੀ ਕੇਸ ਲਾ ਸਕਦੇ ਆ, ਕਿਉਂਕਿ ਜੇ ਅੱਗੇ ਨਹੀਂ ਬਣਾਉਂਦੇ ਤਾਂ ਵੀ ਰਿਫਿਊਜ਼ ਹੋਣਾ। ਸੋ ਟੈਕਨੀਕਲੀ ਉਹ ਵਰਡ ਰਿਫਿਊਜ਼ ਨਹੀਂ ਹੈਗਾ ਜੀ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੈਠਣ ਬੋਲਦੇ ਨੇ ਜੀ। ਹਾਂਜੀ, ਅਸੀਂ ਇਹ ਪੁੱਛਣਾ ਸੀਗਾ ਕਿ ਮੇਰੀ ਬੇਟੀ ਨੇ ਸਪਾਂਸਰ ਕੀਤਾ ਸੀਗਾ, ਉਹਦਾ ਵੀਜ਼ਾ ਲੱਗਾ ਹੋਇਆ। ਮੇਰੇ ਬੇਟੇ ਦਾ ਤਾਂ 9 ਦਾ ਹੈ, ਤਾਂ ਇੱਕ 8 ਸਾਲ ਦੀ ਬੇਟੀ ਆ, ਤਾਂ ਇੱਕ ਹੈਗਾ 1.5 ਸਾਲ ਦਾ ਕਾਕਾ ਉਹਨਾਂ ਦਾ। ਤੇ ਵਿਜ਼ਟਰ ਵੀਜ਼ੇ ਤੇ ਲੱਗੇ ਹੋਏ ਆ, ਤਾਂ ਉਹ ਆ ਸਕਦੇ ਹੋ ਇੱਥੇ?
ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਇਦਾਂ ਹੈ ਕਿ ਜਿਹੜਾ ਉਹਨਾਂ ਦਾ ਕਾਕਾ ਉਹ ਇੱਥੇ ਦਾ ਬੋਨ ਹੋਇਆ, ਇੱਥੇ ਦਾ ਰਜਿਸਟਰ ਪਿਛਲੇ ਸਾਲ ਆਏ ਸੀ ਤਾਂ ਉਹਨਾਂ ਦਾ ਇੱਥੇ ਕਾਕਾ ਹੋਇਆ ਸੀਗਾ। ਇਹਨਾਂ ਵਿੱਚ ਮੈਨੂੰ ਪ੍ਰੋਪਰ ਸਮਝ ਨਹੀਂ ਆਇਆ, ਤੁਹਾਨੂੰ ਸਮਝ ਆ ਗਿਆ ਸਰ ਕੁਐਸਚਨ? ਸ਼ਾਇਦ ਇਹਨਾਂ ਦਾ ਸਵਾਲ ਹੈ ਕਿ ਇਹਨਾਂ ਦੇ ਸਨ ਡਾਟਰ ਵਿਜ਼ਟਰ ਵੀਜ਼ੇ ਤੇ ਨੇ, ਉਹਨਾਂ ਦਾ ਇੱਕ ਚਾਈਲਡ ਕੈਨੇਡਾ 'ਚ ਬੋਰਨ ਹੋਇਆ ਸੀ, ਕਿ ਉਹ ਵਿਜ਼ਟਰ ਵੀਜ਼ੇ ਵਾਲੇ ਇੱਥੇ ਆ ਸਕਦੇ ਕਿ ਨਹੀਂ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਆਪਣੇ ਦਰਸ਼ਕਾਂ ਨੂੰ ਕਹਿ ਦਈਏ ਅਸੀਂ ਕਿ ਕਿਰਪਾ ਕਰਕੇ ਅਜੇ ਕੁਝ ਸਮੇਂ ਲਈ ਲਾਈਨਸ ਹੋਲਡ ਨੇ। ਹੈਲੋ ਹੈਲੋ, ਨਮਸਕਾਰ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬ੍ਰੈਂਟਨ। ਜੀ ਮੈਮ, ਕੀ ਸਵਾਲ ਹੈ ਤੁਹਾਡਾ? ਐਕਚੁਅਲੀ ਮੇਰੇ ਮਦਰ ਆਏ ਹੋਏ ਨੇ ਵਿਜ਼ਟਰ ਵੀਜ਼ਾ ਤੇ, ਐਂਡ ਉਹਨਾਂ ਨੇ ਟਿਕਟ ਸੀ ਜੁਲਾਈ ਦੇ ਵਿੱਚ ਵਾਪਸ ਆਣਾ ਸੀ ਉਹਨਾਂ ਨੇ, ਬਟ ਫਲਾਈਟਸ ਨਹੀਂ ਚੱਲ ਰਹੀਆਂ ਸੀ, ਇਸ ਲਈ ਉਹਨਾਂ ਨੇ ਵੀਜ਼ਾ ਐਕਸਟੈਂਡ ਕਰਵਾਇਆ ਸੀ। ਸੋ ਹੁਣ ਉਹਨਾਂ ਨੇ ਅਕਤੂਬਰ ਦੇ ਵਿੱਚ ਜਾਣਾ ਹੈ ਹੁਣ ਲਾਸਟ ਤੇ। ਸੋ ਹੁਣ ਅਗਰ ਉਹਨਾਂ ਨੇ ਨੈਕਸਟ ਮਤਲਬ ਆਣਾ ਹੋਵੇ 3-4 ਮੰਥ ਬਾਅਦ ਤਾਂ ਉਹ ਆ ਸਕਦੇ ਨੇ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਸੌਰੀ, ਮੈਂ ਮਾਫੀ ਚਾਹਾਂਗੀ, ਕੋਈ ਅਜੇ ਹੋਰ ਕਾਲ ਨਹੀਂ ਲੈ ਰਹੀ ਮੈਂ। ਸਰ ਆਪਾਂ ਪਹਿਲਾਂ ਇਹਨਾਂ ਦਾ ਡਿਸਕਸ਼ਨ ਕਰ ਲਈਏ। ਬਿਲਕੁਲ ਜੀ। ਸੋ ਇਹਦੇ ਲਈ ਹੁਣ ਦੇ ਸਮੇਂ 'ਚ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਹੈ, ਕਿਉਂਕਿ ਲੋਟਰੀ ਸਿਸਟਮ ਹੈ ਜੀ। ਤੁਸੀਂ 3 ਸਾਲ ਇਨਕਮ ਬਣਾਉਂਦੇ ਰਹੇ, ਉਹ ਤੋਂ ਬਾਅਦ ਨਾਂ ਦਾਖਲ ਕੀਤਾ, ਤੁਹਾਡਾ ਨਾਂ ਨਹੀਂ ਆਇਆ, ਫਿਰ ਤੁਸੀਂ ਅਗਲੇ ਸਾਲ ਦਾਖਲ ਕੀਤਾ, ਨਹੀਂ ਆਇਆ, ਫਿਰ ਦਾਖਲ ਕੀਤਾ, ਨਹੀਂ ਆਇਆ। ਬਹੁਤ ਲੋਕਾਂ ਨੂੰ ਹੋਇਆ ਵੀ ਹੈ ਪਿਛਲੇ ਸਮੇਂ ਦੇ ਵਿੱਚੋਂ। ਉਸ ਤੋਂ ਚੰਗਾ ਇਹ ਹੈਗਾ, ਚਾਹੇ ਇਨਕਮ ਬਣਾਉਂਦੇ ਆ ਚਾਹੇ ਨਹੀਂ ਬਣਾਉਂਦੇ, ਤੁਸੀਂ ਆਪਣਾ ਨਾਂ ਦਾਖਲ ਕੀਤਾ, ਤੁਹਾਡੀ ਵਾਰੀ ਆ ਗਈ, ਤੁਸੀਂ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਲਗਾ ਦਿੱਤੀ। ਅੱਜ ਤਾਂ ਐਪਲੀਕੇਸ਼ਨ ਤੇ ਫੈਸਲਾ ਨਹੀਂ ਹੋ ਜਾਣਾ। ਜਿਵੇਂ ਉਹ ਇੱਕ ਕਲਾਇੰਟ ਦੀ ਪਹਿਲਾਂ ਕਾਲ ਆਈ ਸੀ, ਉਹਨਾਂ ਨੇ 2019 ਚ ਕਰਿਆ ਸੀ, ਹੁਣ ਉਹਨੂੰ ਫਾਈਲ ਨੰਬਰ ਆਇਆ, ਹਾਲੇ ਤਾਂ ਕੋਈ ਫੈਸਲਾ ਨਹੀਂ ਹੋਣਾ। ਆਮ ਤੌਰ ਤੇ ਪੇਰੈਂਟਸ ਤੇ 3 ਜਾਂ 4 ਸਾਲ ਦਾ ਸਮਾਂ ਲੱਗਦਾ ਹੈ। ਜਦੋਂ ਉਹ ਫੈਸਲਾ ਆਊਗਾ ਤਾਂ ਆਫਿਸਰ ਦੇਖੂਗਾ ਕਿ ਜਿਸ ਦਿਨ ਇਹਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਉਸ ਦਿਨ ਇਹ ਇਨਕਮ ਰਿਕੁਆਇਰਮੈਂਟ ਮੀਟ ਨਹੀਂ ਕਰਦੇ ਸੀ, ਤਾਂ ਉਹ ਕਹੂਗਾ ਕਿ ਤੁਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਨਹੀਂ ਮੀਟ ਕਰ ਸਕਦੇ, ਪਰ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਹੈ ਕਿ ਚਾਹੇ ਮੀਟ ਕਰਦੇ ਹੋ ਚਾਹੇ ਨਹੀਂ ਕਰਦੇ ਤਾਂ ਵੀ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕੀਤੀ ਜਾਊਗੀ। ਜਦੋਂ ਜਾਊਗੀ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਉਹਨੂੰ ਅਪੀਲ ਕਰ ਸਕਦੇ। ਜਦੋਂ ਅਪੀਲ ਕਰੋਗੇ ਉਸ ਸਮੇਂ ਜੱਜ ਨੇ ਉਸ ਸਮੇਂ ਦੇ ਪਿੱਛੋਂ 3 ਸਾਲ ਦੀ ਇਨਕਮ ਦੇਖਣੀ ਹੈ। ਸੋ ਮੰਨ ਲਓ ਜਿਹੜਾ ਹੁਣ 2022 ਚ ਕਰ ਰਿਹਾ ਉਹਦੀ ਵਾਰੀ 2024 ਚ ਆਈ, 24 ਚ ਜਦੋਂ ਉਹਨੇ ਅਪੀਲ ਕੀਤਾ ਤਾਂ ਜਿਹੜੇ ਇਨਕਮ ਕ੍ਰਾਈਟੇਰੀਆ ਵਾਲੇ ਸਾਲ ਨੇ ਉਹ ਹੈਗੇ 23, 22 ਤੇ 21। ਪਿੱਛੇ ਸਾਲ ਤੁਸੀਂ ਇਨਕਮ ਬਣਾਉਂਦੇ ਸੀ ਜਾਂ ਨਹੀਂ ਬਣਾਉਂਦੇ ਸੀ ਉਹ ਰਿਕਾਰਡਲੈਸ ਹੈ, ਉਹਦਾ ਕੋਈ ਵੀ ਮਤਲਬ ਨਹੀਂ ਰਹਿ ਜਾਂਦਾ। ਸੋ ਜੇ ਤੁਸੀਂ 23, 22 ਤੇ 21 ਚ ਵੀ ਬਣਾਉਂਦੇ ਹੋ ਤਾਂ ਵੀ ਤੁਹਾਡਾ ਕੇਸ ਹੈ ਜਿਹੜਾ ਸਫਲ ਹੋ ਜਾਊਗਾ। ਇਹਦੇ ਨਾਲ ਜੱਜ ਕੋਲੇ ਇਹ ਵੀ ਅਧਿਕਾਰ ਹੈ ਕਿ ਚਾਹੇ ਬੰਦਾ ਉਸ ਸਮੇਂ ਇਨਕਮ ਨਹੀਂ ਬਣਾਉਂਦਾ, ਪਰ ਜੇ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਹੈਗੇ ਨੇ ਤਾਂ ਉਹ ਇਨਕਮ ਬਣਾਉਂਦੇ ਹੋਏ ਦੇ ਕੇਸ ਨੂੰ ਵੀ ਮਨਜ਼ੂਰ ਹੈ ਜਿਹੜਾ ਉਹ ਕਰ ਸਕਦਾ ਹੈਗਾ। ਤੋ ਜੇ ਕੰਪੈਸ਼ਨ ਹੈਗਾ ਤੁਹਾਡੇ ਕੇਸ ਦੇ ਵਿੱਚ ਉਦੋਂ ਉਹ ਤਾਂ ਵੀ ਮਨਜ਼ੂਰ ਹੋ ਜਾਊਗਾ। ਇਹ ਇਸੇ ਲਈ ਕਾਨੂੰਨ 'ਚ ਪ੍ਰੋਵੀਜ਼ਨ ਰੱਖਿਆ ਗਿਆ ਤਾਂ ਕਿ ਹੈਵਸ ਐਂਡ ਹੈਵ ਨਾਟ ਦੀ ਸੁਸਾਇਟੀ ਨਾ ਕ੍ਰੀਏਟ ਹੋਵੇ, ਕਿਉਂਕਿ ਜੇ ਬੰਦੇ ਨੇ ਪੈਸੇ ਨਹੀਂ ਵੀ ਬਣਾਉਂਦਾ ਪਰ ਉਹ ਕੰਪੈਸ਼ਨੇਟ ਇਸ਼ੂਜ਼ ਨੇ ਤਾਂ ਉਹਨੂੰ ਆਉਣ ਦਿੱਤਾ ਜਾਵੇ, ਤਾਂ ਫਿਰ ਉਹ ਇਹ ਨਹੀਂ ਨਾ ਸੋਚੂਗਾ ਕਿ ਮੈਨੂੰ ਸੁਸਾਇਟੀ ਨੇ ਸ਼ਨ ਕਰਤਾ, ਮੈਨੂੰ ਤਾਂ ਸੁਸਾਇਟੀ ਨੇ ਬਾਹਰ ਕਰਤਾ, ਪਰ ਉਹਦੇ ਕੋਈ ਅਧਿਕਾਰ ਹੈ ਕਿ ਉਹ ਹੱਕ ਦੀ ਵਰਤੋਂ ਕਰ ਸਕਦਾ ਹੈ। ਤਾਂ ਚਾਹੇ ਇਨਕਮ ਬਣਾਉਂਦੇ ਆ ਚਾਹੇ ਇਨਕਮ ਨਹੀਂ ਬਣਾਉਂਦੇ ਤਾਂ ਵੀ ਤੁਸੀਂ ਆਪਦਾ ਕੇਸ ਹੈ ਜਿਹੜਾ ਅਪਲਾਈ ਕਰ ਸਕਦੇ ਹੋ। ਤੇ ਦੂਜਾ ਹੈ ਜਿਹੜਾ ਕਿੰਨੇ ਬੰਦਿਆਂ ਲਈ ਕਿੰਨੀ ਇਨਕਮ ਹੈ, ਉਹ ਇੱਕ ਲੌਂਗ ਲਿਸਟ ਹੈਗੀ ਹੈ ਜੀ, ਉਹ ਡਿਫਰੈਂਟ ਇਸ਼ੂਜ਼ ਦੇ ਉੱਤੇ ਹੈ। ਉਹ ਸਾਡੇ ਆਫਿਸ ਨੂੰ ਕਾਲ ਕਰੋ, ਤੁਸੀਂ ਦੱਸੋ ਕਿੰਨੇ ਫੈਮਿਲੀ ਮੈਂਬਰ ਹੈ ਤੇ ਤੁਸੀਂ ਉਹਦੇ ਹਿਸਾਬ ਨਾਲ ਕਰ ਸਕਦੇ ਹੋ। ਤੇ ਦੂਜਾ ਵੈਰੀ ਇੰਪੋਰਟੈਂਟ ਹੈ, ਇਨਕਮ ਤੁਹਾਡੇ ਨੋਟਿਸ ਆਫ ਅਸੈਸਮੈਂਟ ਤੇ ਹੋਣੀ ਚਾਹੀਦੀ ਹੈ, ਹੋਰ ਕੋਈ ਵੀ ਇਨਕਮ ਹੈ ਜਿਹੜੀ ਉਹ ਨਹੀਂ ਮੰਨੀ ਜਾਊਗੀ। ਬਿਲਕੁਲ ਜੀ, ਆਪਾਂ ਸਵਾਲਾਂ ਦੇ ਜਵਾਬ ਦਈਏ। ਪਹਿਲਾਂ ਇੱਕ ਬ੍ਰੈਂਪਟਨ ਤੋਂ ਕਾਲ ਆਈ ਸੀ, ਇਹਨਾਂ ਨੇ ਕਿਹਾ ਸੀ ਬੇਟਾ ਤੇ ਉਹਨਾਂ ਦੀ ਨੂੰਹ ਜਿਹੜੇ ਆ ਉਹ ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਿਆ ਤੇ ਇੱਕ ਬੱਚਾ ਜਿਹੜਾ ਉਹਨਾਂ ਦਾ ਇੱਥੋਂ ਦਾ ਬੋਰਨ ਹੈ। ਬਿਲਕੁਲ ਜੀ, ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਹੈ ਜੀ, ਕੈਨੇਡੀਅਨ ਸਿਟੀਜ਼ਨ ਤੇ ਉਹ ਅਕੰਪਨਿੰਗ ਗਾਰਡੀਅਨਸ ਨੇ, ਹਾਂਜੀ ਉਹ ਟਰੈਵਲ ਐਕਸੈਪਸ਼ਨ ਤੋਂ ਬਾਹਰ ਨੇ, ਉਹ ਐਗਜ਼ੈਂਪਸ਼ਨ ਤੋਂ, ਸੋ ਉਹਨਾਂ ਨੂੰ ਆਉਣ ਦੀ ਇਜਾਜ਼ਤ ਹੈਗੀ ਹੈ। ਤੇ ਦੂਜਾ ਕਾਲਰ ਦਾ ਸਵਾਲ ਸੀ, ਉਹਨਾਂ ਨੇ ਆਖਿਆ ਸੀ ਕਿ ਉਹਨਾਂ ਦੇ ਮਦਰ ਨੇ ਜਿਹੜੇ ਹੁਣ ਉਹ ਜਾ ਰਹੇ ਨੇ, ਕੀ ਉਹ 3-4 ਮਹੀਨੇ ਬਾਅਦ ਆ ਸਕਦੇ ਨੇ? ਹਾਂਜੀ, ਜੋ ਵਿਜ਼ਟਰ ਵੀਜ਼ਾ ਤੇ ਮਦਰ ਹੈ ਤੇ ਉਹਨੂੰ ਟਰੈਵਲ ਐਗਜ਼ੈਂਪਸ਼ਨ ਹੈਗੀ, ਉਹ ਕਦੇ ਵੀ ਵਾਪਸ ਹੈ ਜਿਹੜਾ ਆ ਸਕਦੇ ਨੇ। ਹਾਂਜੀ, ਆਉਣ ਤੋਂ ਬਾਅਦ ਉਹਨਾਂ ਨੂੰ ਉਹੀ 14 ਦਿਨ ਕੁਆਰੰਟੀਨ ਕਰਨਾ ਪੈਣਾ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਕੁਆਰੰਟੀਨ ਪਲਾਨ ਹੈ ਜਿਹੜਾ ਉਹ ਵੀ ਸਬਮਿਟ ਕਰਨਾ ਪੈਣਾ ਜੀ। ਇੱਕ ਸਾਡੇ ਦਰਸ਼ਕ ਨੇ ਕੁਲਵੰਤ ਸਿੰਘ ਸੈਣੀ, ਉਹਨਾਂ ਨੇ ਕੁਐਸਚਨ ਪਾਇਆ ਕਿ ਉਹ ਕਹਿੰਦੇ ਨੇ ਕਿ ਮਾਈ ਸਨ ਇਜ਼ ਪੀਆਰ, ਲਾਸਟ ਮਾਰਚ ਵਿੱਚ ਉਹਨਾਂ ਦਾ ਬੇਟਾ ਪੀਆਰ ਹੋਇਆ ਸੀ, ਉਹਨਾਂ ਦੀ ਡਾਟਰ ਇੱਥੇ ਸਟੂਡੈਂਟ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਖੁਦ ਕੈਂਸਰ ਪੇਸ਼ੈਂਟ ਨੇ, ਕੀ ਉਹ ਅਪਲਾਈ ਕਰ ਸਕਦੇ ਨੇ ਸੁਪਰ ਵੀਜ਼ਾ ਜਾਂ ਫਿਰ ਪੀਆਰ ਦੇ ਲਈ? ਉਹਨਾਂ ਦੇ ਬੇਟੇ ਦਾ ਇੱਥੇ ਘਰ ਵੀ ਹੈਗਾ ਤੇ ਉਹ ਇਨਕਮ ਕ੍ਰਾਈਟੇਰੀਆ ਵੀ ਮੀਟ ਕਰ ਰਹੇ ਨੇ। ਹਾਂਜੀ ਬਿਲਕੁਲ, ਜੇ ਉਹਨਾਂ ਦਾ ਸਨ ਪਰਮਨੈਂਟ ਰੈਜ਼ੀਡੈਂਟ ਹੈਗਾ, ਜੇ ਪੀਆਰ ਹੈ, ਉਹ ਬਿਲਕੁਲ ਅਪਲਾਈ ਕਰ ਸਕਦਾ ਇਹਨਾਂ ਲਈ ਸਪਾਂਸਰਸ਼ਿਪ ਲਈ। ਹਾਂਜੀ, ਉਹ ਲੋਟਰੀ 'ਚ ਜੇ ਉਹਨਾਂ ਦਾ ਨਾਮ ਆ ਜਾਂਦਾ ਵੈਲ ਉਹ ਠੀਕ ਹੈ, ਅਦਰਵਾਈਜ਼ ਜੇ ਕੰਪੈਸ਼ਨੇਟ ਫੈਕਟਰਸ ਨੇ ਤਾਂ ਉਹ ਵਿਦਨ ਕੈਨੇਡਾ ਬਿਨਾਂ ਲੋਟਰੀ ਤੋਂ ਵੀ ਆਪਦਾ
ਜਿਹੜਾ ਕੇਸ ਲਾ ਸਕਦੇ ਨੇ, ਜਿਵੇਂ ਉਹਨਾਂ ਨੇ ਆਪਣੀਆਂ ਸਰਕਮਸਟੈਂਸਸ ਦੱਸੀਆਂ ਨੇ, ਤਾਂ ਉਹ ਕੰਪੈਸ਼ਨੇਟ ਗਰਾਊਂਡਸ ਤੇ ਵੀ ਹੋ ਸਕਦਾ ਹੈ। ਜੀ ਸਰ, ਜਿਹੜਾ ਹੁਣ ਲੋਟਰੀ ਸਿਸਟਮ ਦੀ ਗੱਲ ਕਰੀਏ, ਇਸ ਵਕਤ ਜਿਹੜਾ ਉਹਨਾਂ ਨੇ ਕਿਹਾ ਕਿ ਰੈਂਡਮਲੀ ਸਿਲੈਕਟ ਹੋਣਗੀਆਂ ਐਪਲੀਕੇਸ਼ਨਸ, 10,000 ਐਪਲੀਕੇਸ਼ਨਸ ਨੇ 13 ਅਕਤੂਬਰ ਤੋਂ 3 ਨਵੰਬਰ ਤੱਕ ਸ਼ਾਇਦ। ਸੋ ਤੁਹਾਨੂੰ ਲੱਗਦਾ ਕਿ 10,000 ਦਾ ਅੰਕੜਾ ਬੜੀ ਛੇਤੀ ਪੂਰਾ ਹੋ ਜਾਏਗਾ, ਕਿਉਂਕਿ ਪਿਛਲੀ ਵਾਰ ਵੀ 5 ਮਿੰਟ ਦਾ ਸਿਰਫ ਸਮਾਂ ਸੀ। ਤਰਨ ਉਹ ਤੋਂ ਥੋੜਾ ਜਿਹਾ ਡਿਫਰੈਂਟ ਕੀਤਾ ਗਿਆ। ਹੁਣ ਤੁਹਾਨੂੰ ਪੂਰਾ ਮੌਕਾ ਹੈ ਕਿ 13 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਕਿੰਨੇ ਵੀ ਲੋਕ ਨੇ ਜਿਹੜੇ ਅਰਜ਼ੀ ਦਾਖਲ ਕਰ ਸਕਣਗੇ। ਪਹਿਲਾਂ ਤਾਂ ਇਹ ਸੀ ਨਾ ਕਿ ਜਿਹੜਾ ਪਹਿਲਾਂ ਕਰ ਗਿਆ ਉਹਦੀ ਵਾਰੀ ਆ ਗਈ, ਏਦਾਂ ਨਹੀਂ ਹੈਗਾ। ਹੁਣ ਕਿੰਨੇ ਵੀ ਲੋਕ ਅਪਲਾਈ ਕਰ ਸਕਣਗੇ ਤੇ ਉਹਨਾਂ ਤੋਂ 10,000 ਰੈਂਡਮਲੀ ਚੂਜ਼ ਕਰ ਲਏ ਜਾਣਗੇ। ਹੁਣ ਪਿਛਲੀ ਵਾਰੀ ਬਹੁਤ ਕੰਟਰੋਵਰਸ਼ੀਅਲ ਇਹ ਮਾਮਲਾ ਰਿਹਾ, ਜਿੱਥੇ ਕਿ ਜਿਹੜਾ ਲੋਟਰੀ ਸਿਸਟਮ ਸੀ, ਉਸ ਲੋਟਰੀ ਸਿਸਟਮ ਨੂੰ ਕਿਵੇਂ ਸਿਲੈਕਟ ਕੀਤਾ ਗਿਆ, ਇਹਦੇ ਤੇ ਬਹੁਤ ਵੱਡੀ ਕੰਟਰੋਵਰਸੀ ਹੋਈ। ਜਦੋਂ ਲੋਟਰੀ ਕਾਰਪੋਰੇਸ਼ਨਸ ਨੇ, ਉਹਨਾਂ ਕੋਲੇ ਇੱਕ ਸਿਸਟਮੈਟਿਕ ਅਪਰੋਚ ਹੈਗਾ ਰੈਂਡਮ ਸਿਲੈਕਸ਼ਨ ਲਈ। ਆਪਾਂ ਹਰ ਮਹੀਨੇ ਹਫਤੇ ਦੇਖਦੇ ਹਾਂ ਲੋਟਰੀ ਨਿਕਲੇ ਕਿਸੇ ਦੀ, ਤਾਂ ਰੈਂਡਮਲੀ ਸਿਲੈਕਟ ਕੀਤਾ ਜਾਂਦਾ। ਉਹਨਾਂ ਕੋਲ ਇੱਕ ਫੂਲ ਪ੍ਰੂਫ ਮੈਥਡ ਹੈ। ਪਰ ਇਮੀਗ੍ਰੇਸ਼ਨ ਨੇ ਕੀ ਕਰਿਆ, ਇਹਨਾਂ ਨੇ ਐਕਸਲ ਪ੍ਰੋਗਰਾਮ ਦੇ ਉੱਤੇ ਸਿਲੈਕਸ਼ਨ ਕੀਤੀ, ਜਿਹੜਾ ਕਿ ਹਾਈਲੀ ਕੰਟਰੋਵਰਸ਼ੀਅਲ ਸੀ। ਹੁਣ ਕੋਈ ਵੀ ਐਕਸਲ ਪ੍ਰੋਗਰਾਮ ਚਲਾਉਣ ਵਾਲਾ ਜਾਣਦਾ, ਆਮ ਤੌਰ ਤੇ 10ਵੀਂ ਦੇ ਜਿਹੜੇ ਸਟੂਡੈਂਟ ਹੁੰਦੇ ਨੇ ਉਹ ਵੀ ਜਾਣਦੇ ਨੇ ਕਿ ਤੁਸੀਂ ਉਹਨੂੰ ਸਰਟਨ ਫਾਰਮੂਲਾ ਦੇ ਦਿਓ ਤਾਂ ਜਿਹੜੇ ਨੰਬਰ ਤੁਸੀਂ ਚਾਹੀਦੇ ਹੋ ਉਹੀ ਪਿਕ ਕਰ ਲੈਣੇ ਆ। ਸੋ ਇਹ ਹਾਈਲੀ ਕੰਟਰੋਵਰਸ਼ੀਅਲ ਸੀ। ਐਤਕੀ ਇਹ ਡਿਫਾਈਨ ਨਹੀਂ ਕੀਤਾ ਗਿਆ ਕਿ ਹੁਣ ਐਕਸਲ ਨਾ ਕਰਨਗੇ ਜਾਂ ਹੋਰ ਕੋਈ ਮੈਥਡ ਲੈਣਗੇ। ਮੈਂ ਆਲਰੇਡੀ ਕੱਲ ਇਹਦੇ ਉੱਤੇ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਰਿਕੁਐਸਟ ਪਾਇਆ ਕਿ ਦੱਸਿਆ ਜਾਵੇ ਕਿ ਰੈਂਡਮ ਸਿਲੈਕਸ਼ਨ ਦਾ ਮੈਥਡ ਕੀ ਹੈਗਾ। ਉਹ ਆਪਾਂ ਨੂੰ ਸੂਨ ਮਹੀਨੇ ਦੇ ਵਿੱਚ ਪਤਾ ਲੱਗ ਜੂਗਾ, ਫਿਰ ਆਪਾਂ ਸਾਂਝਾ ਵੀ ਕਰ ਸਕਾਂਗੇ ਆਪਣੇ ਦਰਸ਼ਕਾਂ ਨਾਲ ਕਿ ਉਹ ਰੈਂਡਮ ਸਿਲੈਕਸ਼ਨ ਦਾ ਮੈਥਡ ਕੀ ਹੈਗਾ। ਪਿਛਲੀ ਵਾਰ ਵੀ ਜਦੋਂ ਇਹ ਕੀਤਾ ਗਿਆ ਸੀਗਾ ਬਹੁਤ ਕੰਟਰੋਵਰਸ਼ੀਅਲ ਮੁੱਦਾ ਬਣ ਕੇ ਸਾਹਮਣੇ ਆਇਆ ਸੀ। ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ ਜੀ, ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਜ਼ਰਾ ਆਪਣਾ ਦੱਸੋਗੇ ਕੀ ਸਵਾਲ ਹੈ? ਹਾਂ, ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ ਸਰ, ਕੀ ਸਵਾਲ ਹੈ ਤੁਹਾਡਾ? ਕਿਹਾ ਸਰ, ਮੇਰੀ ਗੱਲ ਇਹ ਹੈ ਵੀ ਜਿਹੜਾ ਹੁਣ ਇਹਨਾਂ ਸਿਸਟਮ ਸ਼ੁਰੂ ਕੀਤਾ, ਉਹੀ ਸਿਸਟਮ ਜਿਹੜਾ ਪਹਿਲੇ ਬੰਦ ਕੀਤਾ ਸੀ ਉਹੀ ਦੁਬਾਰਾ ਇਹਨਾਂ ਨੇ ਸ਼ੁਰੂ ਕਰਤਾ ਡਾਕਟਰੀ ਵਾਲਾ, ਰੈਂਡਮ ਵਾਲਾ। ਇਹ 10,000 ਦੀ ਹੁਣ ਐਪਲੀਕੇਸ਼ਨ ਲੈ ਰਹੇ, 30,000 ਦੀ ਅਗਲੇ ਸਾਲ ਲੈਣੀ, ਇਕੱਠੀ ਮਿਲਣ 40,000। ਬਾਰ-ਬਾਰ ਲਾਈਨਾਂ 'ਚ ਕਿਉਂ ਖੜੇ ਕਰ ਰਹੇ ਨੇ? ਇਸ ਦੀ ਰਾਈਟ ਆਫ ਭੇਜਿਆ ਪ੍ਰਾਈਵੇਸੀ ਦਾ, ਤੇ ਇਹ ਵੀ ਲਿਖੋ ਇਹਨਾਂ ਨੂੰ ਇਕੱਠੇ ਹੀ ਲੈ ਲਓ 40,000 ਦਾ। ਬਾਰ-ਬਾਰ ਖੜੇ ਕਰਕੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ। 4 ਸਾਲ ਪਹਿਲੇ ਵੀ ਲੋਕੀ ਪਰੇਸ਼ਾਨ ਰਹੇ ਨੇ। ਬਸ ਇਹੀ ਕਹਿਣਾ ਚਾਹੁੰਦਾ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਮੈਂ ਜੌਲੀ ਬੋਲ ਰਹੀ ਹਾਂ ਮੌਂਟਰੀਅਲ ਤੋਂ। ਮੇਰੇ ਬ੍ਰਦਰ ਹੈਗੇ ਆ, ਉਹ ਸਿਟੀਜ਼ਨ ਹੈ ਤੇ ਉਹਨਾਂ ਦੇ ਵਾਈਫ ਵੀ ਸਿਟੀਜ਼ਨ ਹੈ। ਉਹਨਾਂ ਦੇ 2 ਬੇਟੇ ਹੈ ਤੇ ਇਨਕਮ ਵੀ ਉਹਨਾਂ ਦੀ ਲਾਸਟ 3 ਇਅਰਸ ਤੋਂ ਮੋਰ ਦੈਨ $150,000 ਹੈ। ਮਦਰ ਉਹਨਾਂ ਦੇ ਸੁਪਰ ਵੀਜ਼ਾ ਤੇ ਆਏ ਹੋਏ ਨੇ, ਮੇਰੇ ਮਦਰ ਵੀ। ਤੇ ਇਹ ਪੁੱਛਣਾ ਸੀ ਕਿ ਸੌਰੀ, ਉਹ ਹਿਊਮੈਨਿਟੇਰੀਅਨ ਬੇਸਿਸ ਤੇ ਅਸੀਂ ਅਪਲਾਈ ਕਰੀਏ ਕਿ ਪੇਰੈਂਟਸ ਗ੍ਰੈਂਡ ਪੇਰੈਂਟਸ ਤੇ ਹੀ ਅਸੀਂ ਅਪਲਾਈ ਕਰੀਏ? ਜੀ, ਦੋਵੇਂ ਆਪਸ਼ਨਸ ਅਵੇਲੇਬਲ ਨੇ ਜੀ। 2 ਡਿਫਰੈਂਟ ਕੈਟਾਗਰੀਜ਼ ਨੇ, ਤੁਸੀਂ ਦੋਵਾਂ 'ਚ ਅਪਲਾਈ ਕਰ ਸਕਦੇ ਹੋ ਜੀ। ਜਿਹਦੀ ਵਾਰੀ ਪਹਿਲਾਂ ਆਉਂਦੀ ਉਹਨੂੰ ਚੂਜ਼ ਕਰ ਸਕਦੇ ਹੋ, ਤੇ ਜਿਹੜੀ 'ਚ ਵਾਰੀ ਨਹੀਂ ਆਊਗੀ ਉਹਨੂੰ ਵਿਡਰਾਅ ਕਰ ਸਕਦੇ ਹੋ। ਤੁਹਾਡੇ ਕੋਲ 2 ਆਪਸ਼ਨਸ ਅਵੇਲੇਬਲ ਹੈਗੀਆਂ ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਇਸ ਤੋਂ ਪਹਿਲਾਂ ਜਿਨ੍ਹਾਂ ਨੇ ਸਰ ਕਿਹਾ ਸੀ। ਬਿਲਕੁਲ ਜੀ। ਸੋ ਮੈਂ ਕਲੋਜ਼ਿੰਗ ਰਿਮਾਰਕਸ ਵੀ ਉਸੇ ਪੁਆਇੰਟ ਦੇ ਉੱਤੇ ਦੇਣੇ ਚਾਹੂੰਗਾ ਜੀ। ਬਹੁਤ ਇੰਟੈਲੀਜੈਂਟ ਕੁਐਸਚਨ ਸੀ ਉਹਨਾਂ ਦਾ। ਇਹ ਕੰਟਰੋਵਰਸੀ ਤਰਨ ਅੱਜ ਤੋਂ ਨਹੀਂ, ਇਹ ਜੇਸਨ ਕੈਨੀ ਵੇਲੇ ਤੋਂ ਸ਼ੁਰੂ ਹੋਈ ਹੈਗੀ ਹੈ। ਸੋ ਦੀ ਹਿਸਟਰੀ ਬਹੁਤ ਵੱਡੀ ਹੈਗੀ ਹੈ। 5 ਦਸੰਬਰ ਸਾਲ 2011 ਦੇ ਵਿੱਚੋਂ ਸਰਪ੍ਰਾਈਜ਼ ਅਨਾਉਂਸਮੈਂਟ ਕਰਕੇ ਉਸ ਸਮੇਂ ਜਿਹੜਾ ਮਿਨਿਸਟਰ ਆਫ ਇਮੀਗ੍ਰੇਸ਼ਨ ਸੀ ਜੇਸਨ ਕੈਨੀ, ਉਹਨੇ ਇਸ ਪ੍ਰੋਗਰਾਮ ਦੇ ਉੱਤੇ ਮੋਰਟੋਰੀਅਮ ਲਾਤਾ ਤੇ ਆਖਿਆ ਕਿ ਅਸੀਂ ਪਹਿਲਾਂ ਪਿਛਲੀਆਂ ਅਰਜ਼ੀਆਂ ਨੂੰ ਪ੍ਰੋਸੈਸ ਕਰਾਂਗੇ, ਉਹ ਤੋਂ ਬਾਅਦ ਅਸੀਂ ਨਵੀਆਂ ਅਰਜ਼ੀਆਂ ਲਿਆ ਕਰਾਂਗੇ। ਤੇ ਫਿਰ ਸਾਲ 2014 ਤੱਕ ਉਹਨਾਂ ਨੇ ਕੋਈ ਅਰਜ਼ੀਆਂ ਨਹੀਂ ਲਈਆਂ ਤੇ ਉਸ ਤੋਂ ਬਾਅਦ ਸਾਲ 2014 ਚ 5,000 ਐਪਲੀਕੇਸ਼ਨ ਲਈਆਂ, ਫਿਰ ਅਗਲੇ ਸਾਲ 5,000 ਐਪਲੀਕੇਸ਼ਨ ਲਈਆਂ ਤੇ ਫਿਰ ਉਸ ਤੋਂ ਬਾਅਦ 10,000 ਲਈਆਂ ਤੇ ਇਸ ਕਰਕੇ ਇਹ ਨੰਬਰ ਹੈ ਜਿਹੜਾ ਉਹ ਵੱਧਦਾ ਗਿਆ। ਉਹਦਾ ਜਿਹੜਾ ਤਰਕ ਸੀਗਾ ਉਹ ਇਹ ਤਰਕ ਸੀ ਕਿ ਜਿੰਨੀਆਂ ਅਰਜ਼ੀਆਂ ਅਸੀਂ ਲੈ ਲੈਂਦੇ ਹਾਂ ਉਨੇ ਲੋਕ ਅਸੀਂ ਪ੍ਰੋਸੈਸ ਨਹੀਂ ਕਰ ਪਾਉਂਦੇ ਹੈਗੇ ਤੇ ਅਸੀਂ ਉਨੀਆਂ ਹੀ ਅਰਜ਼ੀਆਂ ਲਈਏ ਜਿੰਨੇ ਅਸੀਂ ਲੋਕ ਪ੍ਰੋਸੈਸ ਕਰ ਪਾਉਂਦੇ ਹੈਗੇ ਤੇ ਪਿਛਲੀਆਂ ਨੂੰ ਬੈਕਲੌਗ ਨੂੰ ਕਲੀਅਰ ਕਰੀਏ। ਪਰ ਇਹ ਇੱਕ ਹਾਈਲੀ ਕੰਟਰੋਵਰਸ਼ੀਅਲ ਤੇ ਉਹਨੂੰ ਇਲੈਕਸ਼ਨ ਹਰਾਉਣ ਵਾਲਾ ਮੁੱਦਾ ਸੀਗਾ। ਉਹ ਕਿਉਂ ਸੀਗਾ? ਨੰਬਰਸ ਨੂੰ ਪਹਿਲਾਂ ਐਨਾਲਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਕਾਲਰ ਦੀ ਬਹੁਤ ਇੰਟੈਲੀਜੈਂਟ ਸਵਾਲ ਸੀ, ਕਿਉਂ ਲਾਈਨਾਂ 'ਚ ਲੋਕਾਂ ਨੂੰ ਖੜੇ ਕਰਦੇ ਆ? ਹਰ ਸਾਲ ਜਿਹੜਾ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਦਾ ਕੋਟਾ ਹੈ ਉਹ ਫਲਕਚੁਏਟ ਕਰਦਾ ਹੈ 12,500 ਤੋਂ ਲੈ ਕੇ 15,000 ਦੇ ਵਿਚਾਲੇ। ਤੁਸੀਂ ਲੈਂਦੇ ਹੋ 10,000 ਐਪਲੀਕੇਸ਼ਨ। ਇੱਕ ਐਪਲੀਕੇਸ਼ਨ 'ਚ ਇੱਕ ਬੰਦਾ ਤਾਂ ਹੈ ਨਹੀਂ ਜੀ। ਇੱਕ ਐਪਲੀਕੇਸ਼ਨ 'ਚ ਮਦਰ ਫਾਦਰ ਤੇ ਉਹਨਾਂ ਨਾਲ ਕੋਈ ਡਿਪੈਂਡੈਂਟ ਹੋ ਸਕਦਾ। ਆਪਾਂ ਮਿਨੀਮਮ ਮੰਨ ਕੇ ਚੱਲੀਏ ਇੱਕ ਐਪਲੀਕੇਸ਼ਨ 'ਚ
2 ਬੰਦੇ ਹੈ ਜੀ ਅਰਜ਼ੀਆਂ ਲੈ ਲੀਆਂ ਆਪਾਂ, ਬੰਦਿਆਂ ਦੀਆਂ ਅਰਜ਼ੀਆਂ ਲੈ ਲੀਆਂ 20,000, ਜੇ 10,000 ਅਰਜ਼ੀਆਂ ਲਈਆਂ 20,000 ਬੰਦੇ ਹੋ ਗਏ। ਬੰਦੇ ਬੁਲਾਉਣੇ ਨੇ ਆਪਾਂ ਹਰ ਸਾਲ 12,500 ਤੋਂ 15,000 ਜੀ, ਤੇ ਉਹ ਤਾਂ ਹਰ ਸਾਲ ਜਿਹੜਾ ਹੈਗਾ ਬਫਰ ਵੱਧਦਾ ਜਾ ਰਿਹਾ ਜੀ, ਬਿਲਕੁਲ ਬੈਕਲੌਗ ਵੱਧਦਾ ਜਾਊਗਾ। ਤਾਂ ਕਿਉਂ ਨਹੀਂ ਇਹ ਕਰ ਲਿਆ ਜਾਂਦਾ ਕਿ ਸਭ ਨੂੰ ਅਰਜ਼ੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ? ਫਸਟ ਕਮ ਫਸਟ ਸਰਵਿਸ ਹੈ, ਜਿਹੜਾ ਪਹਿਲਾਂ ਆਇਆ ਤੇ ਉਹਦੀ ਪ੍ਰੋਸੈਸ ਕਰਤੀ, ਹਾਂਜੀ ਉਹਦੇ ਨਾਲ ਟਾਈਮ ਪੀਰੀਅਡ ਜ਼ਰੂਰ ਵੱਧ ਜਾਊਗਾ, ਪਰ ਸਭ ਨੂੰ ਇੱਕ ਫੇਅਰ ਮੌਕਾ ਤਾਂ ਮਿਲੂਗਾ ਨਾ। ਤੇ ਲੋਟਰੀ ਕੀ ਮੌਕਾ ਹੋਇਆ? ਇਹ ਮੌਕਾ ਹੋਇਆ ਕਿ ਮੇਰੀ ਕਿਸਮਤ ਡਿਸਾਈਡ ਕਰੇ ਕਿ ਮੇਰੇ ਮਾਪਿਓ ਉਰੇ ਆਉਣ ਕਿ ਨਾ ਆਉਣ, ਰਾਦਰ ਕੇ ਸਭ ਨੂੰ ਅਰਜ਼ੀ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਪਹਿਲਾਂ ਆਇਆ ਉਹਦੀ ਵਾਰੀ ਪਹਿਲਾਂ ਆ ਜੂ, ਜਿਹੜਾ ਬਾਅਦ ਚ ਆਇਆ ਉਹਦੀ ਵਾਰੀ ਬਾਅਦ ਚ ਆ ਜੂਗੀ। ਸੋ ਬਿਲਕੁਲ ਸਹੀ ਹੈ ਕਿ ਕੋਈ 10,000 ਕੋਈ 20,000 ਕੋਈ 30,000 ਨੰਬਰ ਨਹੀਂ ਹੋਣਾ ਚਾਹੀਦਾ। ਸਭ ਨੂੰ ਇਨਵਾਈਟ ਕਰਨਾ ਚਾਹੀਦਾ ਕਿ ਉਹ ਆਪਣੀ ਅਰਜ਼ੀ ਕਰਨ, ਜਿਹਦੀ ਵਾਰੀ ਪਹਿਲਾਂ ਉਹਦੀ ਵਾਰੀ ਪਹਿਲਾਂ ਆ ਜਾਏ। ਬਿਲਕੁਲ ਇਸ ਤਰ੍ਹਾਂ ਸਾਨੂੰ ਕਾਫੀ ਦਰਸ਼ਕ ਕਾਲਸ ਕਰ ਰਹੇ ਸੀ। ਅਸੀਂ ਮੁਆਫੀ ਚਾਹਾਂਗੇ ਕਿ ਸਮਾਂ ਵੀ ਲਗਭਗ ਪੂਰਾ ਹੋ ਰਿਹਾ ਤੇ ਤੁਹਾਡੀਆਂ ਬਹੁਤੀਆਂ ਕਾਲਸ ਜਿਹੜੀਆਂ ਸੀ ਅੱਜ ਇਸ ਵਾਰੀ ਅਟੈਂਡ ਨਹੀਂ ਕਰ ਪਾਏ, ਕਿਉਂਕਿ ਮੁੱਦਾ ਬਹੁਤ ਇੰਪੋਰਟੈਂਟ ਸੀ ਜਿਹਦੇ ਉੱਤੇ ਡਿਸਕਸ਼ਨ ਕਰਨੀ ਬਹੁਤ ਜ਼ਰੂਰੀ ਸੀ। ਸਰ ਇਨ ਦਾ ਐਂਡ ਜੇ ਮੈਂ ਤੁਹਾਨੂੰ ਇੱਕ ਨਾਰਮਲ ਕੁਐਸਚਨ ਪੁੱਟ ਕਰਾਂ, ਜਿਵੇਂ ਹੁਣ ਵੀ ਸਰਕਾਰ ਨੇ ਸਿਰਫ 10,000 ਐਪਲੀਕੇਸ਼ਨਸ ਕਹੀਆਂ ਨੇ ਤੇ ਅੱਗੇ 30,000, ਇੱਕ ਪਾਸੇ 3 ਸਾਲਾਂ ਦੇ ਵਿੱਚ ਮਿਲੀਅਨਸ ਆਫ ਇਮੀਗ੍ਰੈਂਟਸ ਨੂੰ ਬੁਲਾਉਣ ਦੀ ਗੱਲ ਕਰ ਰਹੇ ਨੇ, ਇਹਨੇ ਵਿੱਚ ਕਾਫੀ ਇਮੀਗ੍ਰੈਂਟਸ ਜਿਹੜੇ ਇੱਥੇ ਸਟੂਡੈਂਟਸ ਪਹੁੰਚੇ ਨੇ ਜਾਂ ਕੁਝ ਵਰਕ ਪਰਮਿਟਸ ਤੇ ਪਹੁੰਚੇ ਨੇ ਉਹ ਵੀ ਪੱਕੇ ਹੋਣਗੇ, ਕਦੋਂ ਜਾ ਕੇ ਉਹਨਾਂ ਦੇ ਪੇਰੈਂਟਸ ਦੀ ਫਿਰ ਵਾਰੀ ਆਊਗੀ? ਤਰਨ ਆਲਵੇਜ਼ ਹੀ ਇਹ ਇੱਕ ਬਹੁਤ ਇੰਪੋਰਟੈਂਸ ਦਾ ਮੁੱਦਾ ਰਿਹਾ ਹੈਗਾ ਲੋਕਾਂ ਲਈ। ਦੂਜਾ ਜਿਹੜਾ ਕੈਨੇਡਾ ਦਾ ਇਮੀਗ੍ਰੇਸ਼ਨ ਐਕਟ ਹੈ ਉਹਦੇ ਆਬਜੈਕਟਿਵਸ ਨੇ ਉਹ ਸੈਕਸ਼ਨ 3 ਦੇ ਥੱਲੇ ਨੇ, ਉਹ A to H ਤੱਕ ਹੈਗੇ ਨੇ। ਸੋ ਸਭ ਨੂੰ ਜਿਹੜੇ ਮੌਕੇ ਨੇ ਉਹ 'ਚ ਦੇਖੇ ਜਾਏ, ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਕੈਨੇਡਾ ਦੀ ਇਕਨੋਮਿਕ ਗਰੋਥ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਇਹਦੇ ਨਾਲ ਨਾਲ ਫੈਮਿਲੀ ਯੂਨੀਫਿਕੇਸ਼ਨ ਵੀ ਹੈਗਾ, ਫਿਰ ਸਾਡੇ ਜਿਹੜੇ ਹਿਊਮੈਨਿਟੇਰੀਅਨ ਕੰਪੈਸ਼ਨ ਹੈ ਜੀ, ਫਿਰ ਉਹ ਤੋਂ ਬਾਅਦ ਸਾਡੀ ਆਬਲੀਗੇਸ਼ਨਸ ਟੁਵਰਡ UNHCR ਜਿਹੜੇ ਰੈਫਿਊਜੀਜ਼ ਨੇ ਉਹ ਵੀ ਹੈਗੀ ਹੈ। ਸੋ ਹਰ ਸਾਲ ਮਿਨਿਸਟਰ ਹੈ ਜਿਹੜਾ ਉਹ ਇੱਕ ਆਉਣ ਵਾਲੇ ਸਾਲ ਦਾ ਕੋਟਾ ਨਿਸ਼ਚਿਤ ਕਰਦਾ ਕਿ ਆਹ ਫਲਾਣੀ ਕੈਟਾਗਰੀ ਥੱਲੇ ਫਲਾਣੇ ਲੋਕ ਇੰਨਾ ਨੰਬਰ ਆਊਗਾ, ਤੇ ਉਹ ਹਰ ਸਾਲ ਦਸੰਬਰ ਦੇ ਵਿੱਚ ਪਿਛਲੇ ਸਾਲ ਦੇ ਜਿਹੜੀ ਆਪਣੀ ਪਲਾਨ ਹੈ ਉਹ ਰਿਜ਼ਲਟ ਨੂੰ ਪ੍ਰੈਜ਼ੈਂਟ ਕਰਦਾ ਤੇ ਅਗਲੇ ਸਾਲ ਦੀ ਪਲਾਨ ਦਿੰਦਾ। ਸੋ ਕਿਸੇ ਵੀ ਹਾਲਾਤ ਦੇ ਵਿੱਚੋਂ ਜਿਹੜਾ ਪੈਰੈਂਟਸ ਦਾ ਕੋਟਾ ਰਿਹਾ ਹੈ ਇਹ 10,000 ਤੋਂ ਲੈ ਕੇ ਸਾਲ 2000 ਤੋਂ ਜਦੋਂ ਇਹ ਕਾਨੂੰਨ ਬਣਿਆ, ਤੇ ਮੈਕਸਿਮਮ ਇਹ 2013 ਦੇ ਵਿੱਚੋਂ 25,000 ਇਹਦੇ ਵਿਚਾਲੇ ਫਲਕਚੁਏਟ ਕਰਦਾ ਰਿਹਾ। ਸੋ ਸਾਰੀਆਂ ਅਰਜ਼ੀਆਂ ਪੈਰੈਂਟਸ ਨੂੰ ਤਾਂ ਨਹੀਂ ਦਿੱਤੀਆਂ ਜਾ ਸਕਦੀਆਂ, ਸਪਾਊਸਸ ਵੀ ਨੇ, ਕਿਉਂਕਿ ਜਿਹੜਾ ਸਿਸਟਮ ਹੈ ਉਹ ਐਕਟ ਕਰਦਾ 60-40 ਰੇਸ਼ੋ ਦੇ ਉੱਤੇ। 60% ਇਕਨੋਮਿਕ ਕਲਾਸ ਤੇ ਜਿਹੜੀ 40% ਹੈ ਉਹ ਅਦਰ ਕਲਾਸਿਸ। ਅਦਰ ਕਲਾਸਿਸ ਦੇ ਵਿੱਚੋਂ ਪੈਰੈਂਟਸ, ਗ੍ਰੈਂਡ ਪੈਰੈਂਟਸ ਹੋ ਗਏ, ਸਪਾਊਸਸ ਹੋ ਗਏ, ਰੈਫਿਊਜੀਜ਼ ਹੋ ਗਏ, ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡਸ ਵਾਲੇ ਲੋਕ ਹੋ ਗਏ, ਤੇ 60% ਨੇ ਜਿਹੜੇ ਉਹਦੇ 'ਚ ਹੋ ਗਏ ਤੁਹਾਡੇ ਪ੍ਰੋਵਿੰਸ਼ੀਅਲ ਨੋਮੀਨੀਜ਼, ਫੈਡਰਲ ਸਕਿਲਡ ਵਰਕਰਸ, ਕੈਨੇਡੀਅਨ ਐਕਸਪੀਰੀਅੰਸ ਵਾਲੇ ਲੋਕ, ਉਹ ਸਾਰੇ। ਸੋ 60% ਜਿਹੜੇ ਇਕਨੋਮੀ ਵਾਲੇ ਲੋਕ ਨੇ ਤੇ 30% ਫੈਮਿਲੀ ਵਾਲੇ। ਸੋ ਇਸ ਹਿਸਾਬ ਨਾਲ ਹੀ ਇਹ ਚੱਲਣਾ ਹੈ, ਤੇ ਉਹ ਤੋਂ ਬਾਅਦ ਕੋਟਾ ਹੀ ਨਹੀਂ ਨਿਸ਼ਚਿਤ ਕੀਤਾ ਜਾ ਸਕਦਾ। ਹਾਂਜੀ, ਪਰ ਕਿਉਂਕਿ ਪੋਲੀਟੀਸ਼ੀਅਨ ਹੈ ਜਿਹੜਾ ਉਹਨੂੰ ਏਡਾ ਵੱਡਾ ਸ਼ਿਪ ਹੈ ਇਹਨੂੰ ਇੱਕ ਕੁਆਇਨ ਤੇ ਰੱਖ ਕੇ ਟਰਨ ਨਹੀਂ ਕੀਤਾ ਜਾ ਸਕਦਾ। ਸੋ ਇਹ ਇੱਕ ਵਾਰੀ ਕੰਟਰੋਵਰਸ਼ੀਅਲ ਬਣ ਗਿਆ, ਉਹ ਤਾਂ ਬਣਾ ਕੇ ਚਲਿਆ ਗਿਆ, ਪਰ ਇਹ ਹੁਣ ਆਲਵੇਜ਼ ਕੰਟਰੋਵਰਸ਼ੀਅਲ ਹੈ। ਸੋ ਸਮਬਡੀ ਵੁੱਡ ਨੀਡ ਇੱਕ ਸੋਲਿਡ ਵਿਲ ਚਾਹੀਦਾ ਹੋਊਗਾ ਇਹਨੂੰ ਫਿਕਸ ਕਰਨ ਨੂੰ। ਸੋ ਹੁਣ ਕਿਉਂਕਿ ਮਾਈਨੋਰਿਟੀ ਸਰਕਾਰ ਹੈ, ਆਪਾਂ ਨੂੰ ਇਹ ਕੋਈ ਵਿਲ ਨਹੀਂ ਦਿਖੂਗਾ। ਬਿਲਕੁਲ ਜੀ ਸਰ, ਸਮਾਂ ਵੀ ਇਜਾਜ਼ਤ ਲੈਂਦਾ ਹੋ ਰਿਹਾ, ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਜਿਹੜਾ ਕਿਉਂਕਿ ਬਹੁਤ ਸਾਰੇ ਉਹ ਲੋਕ ਨੇ ਤਰਨ ਜਿਹੜੇ ਸਾਲ 2014 ਤੋਂ ਬਾਅਦ ਇੱਥੇ ਆਏ ਨੇ, ਉਹਨਾਂ ਨੂੰ ਇਹ ਕਾਨੂੰਨ ਦੀ ਬਹੁਤੀ ਜਾਣਕਾਰੀ ਨਹੀਂ ਹੈਗੀ ਹੈ, ਕਿਉਂਕਿ ਉਹ ਤੋਂ ਬਾਅਦ ਬਹੁਤ ਬਦਲਾਅ ਹੁੰਦੇ ਰਹੇ ਨੇ। ਸੋ ਕਿਉਂਕਿ ਇਹ ਪ੍ਰੋਗਰਾਮ ਹੁਣ ਖੁੱਲ ਰਿਹਾ ਹੈ, तो ਤੁਸੀਂ ਜ਼ਰੂਰ ਕਾਨੂੰਨੀ ਸਲਾਹ ਲੈ ਕੇ ਫਿਰ ਆਪਦੀ ਅਰਜ਼ੀ ਕਰੋ ਜੀ। ਬਿਲਕੁਲ, ਆਪ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਲੇਟੈਸਟ ਮੁੱਦੇ ਉੱਤੇ ਕਾਫੀ ਜਾਣਕਾਰੀ ਦਿੱਤੀ ਹੈ ਤੇ ਆਪਣੇ ਦਰਸ਼ਕਾਂ ਨੂੰ ਅਸੀਂ ਮੁਆਫੀ ਚਾਹਾਂਗੇ, ਬਹੁਤ ਸਾਰੀਆਂ ਕਾਲਸ ਅਸੀਂ ਨਹੀਂ ਲੈ ਪਾਏ ਕਿਉਂਕਿ ਜਿਹੜਾ ਇਸ਼ੂ ਸੀਗਾ ਉਹਨੂੰ ਡਿਸਕਸ ਕਰਨਾ ਵੀ ਅੱਜ ਬਹੁਤ ਜ਼ਰੂਰੀ ਸੀ। ਲੇਟੈਸਟ ਜਾਣਕਾਰੀ ਆਈ ਸੀ ਕਿਉਂਕਿ ਤੁਹਾਡੇ ਬਹੁਤਿਆਂ ਦਾ ਜਿਹੜੇ ਸਵਾਲ ਨੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨਾਲ ਰਿਲੇਟਡ, ਇਨਕਮ ਨਾਲ ਰਿਲੇਟਡ ਜਿਹੜੇ ਸੀਗੇ, ਤੁਹਾਨੂੰ ਉਹਨਾਂ ਦੇ ਆਨਸਰਸ ਮਿਲ ਗਏ ਹੋਣੇ ਆ। ਜੇਕਰ ਨਹੀਂ ਵੀ ਅਜੇ ਮਿਲੇ, ਅਗਲੇ ਮੰਗਲਵਾਰ ਸਾਡੇ ਨਾਲ ਖੈਰਾ ਜੀ ਫਿਰ ਜੁੜਨਗੇ, ਤੁਸੀਂ ਉਦੋਂ ਕਾਲ ਕਰ ਸਕਦੇ ਹੋ ਜਾਂ ਫਿਰ ਉਹਨਾਂ ਦੇ ਨੰਬਰਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਰੈੱਡ ਬਾਕਸ ਦੇ ਵਿੱਚ ਖੈਰਾ ਜੀ ਦੇ ਨੰਬਰਸ ਤਿੰਨੋਂ ਆਫਿਸਿਸ ਤੇ ਡਿਸਪਲੇ ਕੀਤੇ ਗਏ ਨੇ, ਤੁਸੀਂ ਉੱਥੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।